ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਉ ਖੇਤ ਜੋ ਮਾਂਡਿਓ ਸੁਰਮਾ ਅਬ ਜੂਜਨ ਕੋ ਦਾਉ। ਸੁਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੁਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜੂਨ 1984 ਦਾ ਜੋ ਤੀਸਰਾ ਘੱਲੂਘਾਰਾ ਵਾਪਰਿਆ ਹੈ ਉਸ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਕਰਨੀ ਹੈ। ਆਓ ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਨਾਲ ਤਿੰਨ ਵੱਡੇ ਘੱਲੂਘਾਰੇ ਜਿਹੜੇ ਹਨ ਉਹ ਵਾਪਰੇ ਹਨ। ਜਿਹੜੇ ਤਾਂ ਇਤਿਹਾਸ ਖੁਦ ਪੜ੍ਹਦੇ ਨੇ ਜਾਂ ਇਤਿਹਾਸ ਦੀ ਥੋੜ੍ਹੀ ਬਹੁਤੀ ਆਪ ਨੌਲੇਜ ਰੱਖਦੇ ਨੇ ਉਹਨਾਂ ਨੂੰ ਤਾਂ ਇਸ ਬਾਰੇ ਪਤਾ ਹੈ ਕਿ ਸਭ ਤੋਂ ਪਹਿਲਾ ਜਿਹੜਾ ਛੋਟਾ ਘੱਲੂਘਾਰਾ ਜਿਸ ਨੂੰ ਅਸੀਂ ਯਾਦ ਕਰਦੇ ਹਾਂ 1746 ਦੇ ਵਿੱਚ, ਜਿਹੜਾ ਲਖਪਤ ਰਾਏ ਜਸਪਤ ਰਾਏ, ਇਹ ਦੋਵੇਂ ਭਰਾ ਸਨ। ਜਸਪਤ ਰਾਏ ਜਦੋਂ ਜਿਹਦੀ ਪਹਿਲਾਂ ਡੈਥ ਹੋ ਜਾਂਦੀ ਹੈ ਅਤੇ ਇਹੋ ਲਖਪਤ ਰਾਏ ਜੋ ਆਪਣੀ ਜ਼ੁਬਾਨ ਤੋਂ ਇਹ ਲਫ਼ਜ਼ ਬੋਲਦਾ ਸੀ, ਇੱਕ ਉਹ ਖੱਤਰੀ ਸੀ ਜਿਸ ਨੇ ਇਹ ਧਰਮ ਆਰੰਭ ਕੀਤਾ ਹੈ ਅਤੇ ਇੱਕ ਮੈਂ ਖੱਤਰੀ ਹਾਂ, ਮੈਂ ਇਸ ਧਰਮ ਦੀਆਂ ਜੜ੍ਹਾਂ ਪੱਟਾਂਗਾ। ਜਈਆ ਖਾਨ ਜੋ ਯਕਰੀਆ ਖਾਨ ਦਾ ਬੇਟਾ ਸੀ, ਗਵਰਨਰ ਸੀ ਲਾਹੌਰ ਦਾ, ਉਹਦੇ ਕੋਲ ਜਾ ਕੇ ਇਹਨੇ ਫਰਿਆਦ ਕੀਤੀ ਸੀ ਕਿ ਬੌੜੀ ਕਰੋ ਮੇਰੇ ਭਰਾ ਨੂੰ ਜਿਨ੍ਹਾਂ ਨੇ ਖਤਮ ਕੀਤਾ ਹੈ। ਮੈਂ ਜਦੋਂ ਤੱਕ ਉਹਨਾਂ ਦਾ ਘਰ ਘਾਟ ਤਬਾਹ ਨਹੀਂ ਕਰਨ ਦਾ ਉਦੋਂ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗਾ। ਇਹੋ ਸ਼ਖਸ ਸੀ ਜਿਹਨੇ ਗੁੜ ਕਹਿਣ 'ਤੇ ਵੀ ਪਾਬੰਦੀ ਲਾ ਦਿੱਤੀ ਸੀ ਵੀ ਜਦੋਂ ਗੁੜ ਕਹਿੰਦੇ ਨੇ ਅਤੇ ਗੁੜ ਦੇ ਨਾਲ ਇਹਨਾਂ ਨੂੰ ਗੁਰੂ ਚੇਤੇ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੂਹਾਂ ਵਿੱਚ ਸੁੱਟੇ ਗਏ। ਭਾਵ ਇਹਨਾਂ ਦਾ ਮਤਲਬ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਕੇਂਦਰ ਬਿੰਦੂ ਹੈ। ਇਹਨੂੰ ਪੜ੍ਹ ਕੇ ਵਿਚਾਰ ਕੇ ਸੁਰਤ ਉੱਚੀ ਕਰਕੇ ਇਹਨਾਂ ਵਿੱਚ ਇਨਕਲਾਬੀ ਵਿਚਾਰਾਂ ਆਉਂਦੀਆਂ ਨੇ। ਤਾਂ ਉਹ ਗੁੜ ਕਹਿਣ 'ਤੇ ਵੀ ਇਹਨਾਂ ਵੱਲੋਂ ਪਾਬੰਦੀ। ਅੱਜ ਵੀ ਲਾਹੌਰ ਦੇ ਵਿੱਚ ਗੁੜ ਨੂੰ ਭੇਲੀ ਕਿਹਾ ਜਾਂਦਾ ਹੈ। ਆਪਣੇ ਵੀ ਅਜੇ ਪੰਜਾਬ ਦੇ ਕਈਆਂ ਇਲਾਕਿਆਂ ਵਿੱਚ ਇਹ ਸ਼ਬਦ ਆਮ ਬੋਲਿਆ ਜਾਂਦਾ ਹੈ ਵੀ ਜਦੋਂ ਇਹ ਗੁੜ ਕਹਿੰਦੇ ਨੇ ਇਹਨਾਂ ਨੂੰ ਗੁਰੂ ਚੇਤੇ ਆਉਂਦਾ ਹੈ। ਤੋ ਇਹੋ ਲਖਪਤ ਰਾਏ ਸੀ ਜਿਹਨੇ ਇਹ ਗੁੜ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ। ਉਸ ਤੋਂ ਬਾਅਦ 1762 ਦੇ ਵਿੱਚ ਜਿਹੜਾ ਵੱਡਾ ਘੱਲੂਘਾਰਾ ਵਾਪਰਦਾ ਹੈ ਜਿਹਦੇ ਵਿੱਚ 30,000 ਤੋਂ ਵੱਧ ਸਿੱਖ ਇੱਕੇ ਦਿਨ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ। ਪਰ ਉਹਨਾਂ ਸਿੱਖਾਂ ਦੇ ਵਿੱਚ ਲੀਡਰਸ਼ਿਪ, ਉਹਨਾਂ ਸਿੱਖਾਂ ਦੇ ਵਿੱਚ ਚੜ੍ਹਦੀ ਕਲਾ ਇਸ ਗੱਲ ਦਾ ਸਬੂਤ ਸੀ ਕਿ ਫਿਰ ਉਹ ਇੰਨਾ ਨੁਕਸਾਨ ਕਰਾ ਕੇ ਵੀ ਇਕੱਠੇ ਹੋ ਜਾਂਦੇ ਸਨ। ਅਤੇ ਤੀਸਰਾ ਘੱਲੂਘਾਰਾ ਜਿਹੜਾ ਜੂਨ 1984 ਵਿੱਚ ਵਾਪਰਿਆ ਜਿਹਨੂੰ ਅਸੀਂ ਸਾਰੇ ਯਾਦ ਕਰਦੇ, ਕਈ ਤਾਂ ਉਸ ਵਕਤ ਜਿਨ੍ਹਾਂ ਦੇ ਸਾਹਮਣੇ ਵਾਪਰਿਆ ਜਾਂ ਜਿਨ੍ਹਾਂ ਨੇ ਉਹ ਸਾਰਾ ਆਪਣੇ ਪਿੰਡੇ 'ਤੇ ਹੰਢਾਇਆ, ਅਜੇ ਵੀ ਉਹ ਬਜ਼ੁਰਗ ਨੌਜਵਾਨ ਸਮਾਜ ਵਿੱਚ ਹੈਗੇ ਨੇ, ਪਰ ਕਈਆਂ ਨੇ ਤਾਂ ਪੜ੍ਹਿਆ ਹੀ ਹੈ, ਸਿਰਫ ਸੁਣਿਆ ਹੀ ਹੈ। ਤਾਂ ਖੈਰ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਜਾ ਰਹੀ ਹੈ ਕਿ ਆਪਣੇ ਨਾਲ ਬੜਾ ਨੁਕਸਾਨ ਹੋਇਆ ਹੈ, ਪਤਾ ਸਾਨੂੰ ਸਾਰਿਆਂ ਨੂੰ ਹੀ ਹੈ। ਪਰ ਗੱਲ ਇਹ ਹੈ ਵੀ ਨੁਕਸਾਨ ਹੋਣ ਤੋਂ ਬਾਅਦ ਜੇ ਅਸੀਂ ਅੱਗੇ ਵਾਸਤੇ ਸੁਚੇਤ ਹੋ ਜਾਈਏ ਤੇ ਫਿਰ ਸ਼ਾਇਦ ਕੁਝ ਨਾ ਕੁਝ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ। ਥੋੜ੍ਹਾ ਜਿਹਾ ਮੈਂ ਧਿਆਨ ਤੁਹਾਡਾ ਪਿੱਛੇ ਦਿਵਾਉਣਾ ਚਾਹਾਂਗਾ ਕਿ ਅਸਲ ਦੇ ਵਿੱਚ ਸਾਨੂੰ ਇੰਝ ਲੱਗਦਾ ਵੀ ਇਹ ਚੀਜ਼ਾਂ ਅਚਨਚੇਤ ਵਾਪਰ ਗਈਆਂ ਨੇ, ਵੀ ਇਹ ਜਿਹੜਾ ਜੂਨ 1984 ਵਿੱਚ ਘੱਲੂਘਾਰਾ ਵਾਪਰਿਆ ਇੰਨਾ ਨੁਕਸਾਨ ਸਾਡੇ ਸਿੱਖ ਭਰਾਵਾਂ ਦਾ ਕੀਤਾ ਗਿਆ ਹੈ। ਇਹ ਕੋਈ ਇੱਕਦਮ ਨਹੀਂ ਹੋਇਆ, ਇਹਦੇ ਪਿੱਛੇ ਪੂਰੀ ਪਲੈਨਿੰਗ। ਤੁਸੀਂ ਪਿੱਛੇ ਚੱਲੋਗੇ ਅਤੇ ਜਦੋਂ ਤੋਂ ਪਿਪਰਵਾਦ ਦੀ ਵਿਚਾਰਧਾਰਾ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਤੁਸੀਂ ਟਕਰਾਉਂਦਿਆਂ ਵੇਖੋਗੇ ਤੇ ਗੱਲ ਸਹਿਜਿਆਂ ਹੀ ਸਾਨੂੰ ਸਮਝ ਆ ਜਾਏਗੀ। ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਪੜ੍ਹ ਕੇ ਵੇਖੋ, ਜਦੋਂ ਭਗਤ ਕਬੀਰ ਜੀ ਕਹਿੰਦੇ ਨੇ ਉਲਟ ਜਾਤ ਕੁਲ ਦੋ ਵਿਸਾਰੀ ਸੁਨ ਸਹਿਜ ਮੈਂ ਬੁਨਤ ਹਮਾਰੀ। ਉਲਟ ਜਾਤ ਦਾ ਅਰਥ ਹੈ ਵੀ ਮੈਂ ਆਪਣੀ ਹੁਣ ਸੁਰਤ ਨੂੰ ਉਲਟਾ ਲਿਆ। ਕੁੱਲ ਜਾਤ ਭਾਵ ਨਾ ਹੁਣ ਮੈਂ ਕੁੱਲ ਵਾਲੇ
ਬਨੇ ਤੁਰਦਾ ਤੇ ਨਾ ਮੈਂ ਪੋਥੀ ਜਾਤ ਦਾ ਮਾਣ ਕਰਦਾ। ਉਲਟ ਜਾਤ ਕੁੱਲ ਦੋ ਵਿਸਾਰੀ, ਸੁਣ ਸਹਿਜ ਮੈਂ ਬੁਨਤ ਹਮਾਰੀ। ਮੈਂ ਆਪਣੀ ਸੁਰਤ ਨੂੰ ਉਸ ਅਵਸਥਾ 'ਚ ਟਿਕਾ ਲਿਆ ਜਿੱਥੇ ਹੁਣ ਕੋਈ ਵੀ ਮਾੜਾ ਫੁਰਨਾ, ਮਾੜਾ ਖਿਆਲ ਨਹੀਂ ਆਉਂਦਾ। ਕਹਿਣਗੇ ਉਲਟ ਜਾਤ ਕੁੱਲ ਦੋ ਵਿਸਾਰੀ, ਸੁਣ ਸਹਿਜ ਮੈਂ ਬੁਨਤ ਹਮਾਰੀ। ਹਮਰਾ ਝਗੜਾ, ਇੱਥੇ ਗੱਲ ਸ਼ੁਰੂ ਹੁੰਦੀ ਹੈ। ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। ਵੀ ਸਾਡਾ ਹੁਣ ਕਿਸੇ ਨਾਲ ਕੋਈ ਝਗੜਾ ਨਹੀਂ, ਪੰਡਤ ਤੇ ਮੁੱਲਾ ਅਸੀਂ ਦੋਵੇਂ ਛੱਡ ਦਿੱਤੇ ਨੇ। ਝਗੜਾ ਕਾਹਦਾ? ਇੱਥੇ ਵਿਚਾਰਧਾਰਕ ਲੜਾਈ ਹੈ, ਸਰੀਰ ਦੀ ਲੜਾਈ ਨਹੀਂ, ਵਿਚਾਰਧਾਰਕ ਲੜਾਈ ਹੈ। ਵੀ ਵਿਪਰ ਵੀ ਲੋਕਾਂ ਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਸੀ, ਆਪਣੇ ਧਰਮ ਗ੍ਰੰਥਾਂ ਵੱਲੋਂ ਪਾਏ ਹੋਏ ਵਹਿਮਾਂ। ਇਸੇ ਨੂੰ ਆਖਿਆ ਸੀ ਬੇਦ ਕੀ ਪੁੱਤਰੀ ਸਿਮਰਤੀ ਭਾਈ, ਸਾਂਕਲ ਜੇਵਰੀ ਲਹਿ ਆਈ। ਜਿਸ ਵਰਨ ਵੰਡ ਦੇ ਵਿੱਚੋਂ ਇਹਨਾਂ ਨੂੰ ਫਾਇਦਾ ਹੁੰਦਾ ਸੀ, ਭਗਤ ਕਬੀਰ ਜੀ ਬੜੇ ਡੰਕੇ ਦੀ ਚੋੜ ਤੇ ਗੱਲ ਕਹਿੰਦੇ ਨੇ। ਕਹਿੰਦੇ ਪੰਡਤ ਮੁੱਲਾ, ਮੁੱਲਾ ਮੀਨ ਨਾ ਅਸੀਂ ਕਿਸੇ ਸ਼ਰ੍ਹਾ ਦੀ ਪਰਵਾਹ ਕਰਦੇ, ਨਾ ਅਸੀਂ ਕਿਸੇ ਸ਼ਰ੍ਹਾ ਦੇ ਅਧੀਨ ਆ, ਤੇ ਨਾ ਅਸੀਂ ਵਿਪਰ ਵੱਲੋਂ ਪਾਏ ਹੋਏ ਕਰਮ ਕਾਂਡਾਂ ਦੇ ਅਧੀਨ। ਤਾਂ ਹੀ ਉਹਨਾਂ ਆਖਿਆ ਸੀ ਜਦੋਂ ਇਹ ਸ਼ਬਦ ਵਰਤੇ, ਕਿਉਂਕਿ ਵਿਪਰ ਬੜਾ ਚਲਾਕ ਸੀ। ਉਹ ਨਰਕ ਦਾ ਡਰ ਦੇ ਕੇ, ਸਵਰਗ ਦਾ ਲਾਲਚ ਦੇ ਕੇ ਆਮ ਭੋਲੀ ਭਾਲੀ ਲੁਕਾਈ ਨੂੰ ਆਪਣੇ ਚੁੰਗਲ ਵਿੱਚ ਫਸਾਈ ਰੱਖਦਾ ਸੀ। ਭਗਤ ਕਬੀਰ ਜੀ ਵਰਗੇ ਯੋਧਿਆਂ ਨੇ ਕਾਂਸ਼ੀ ਦੇ ਗੜ੍ਹ ਵਿੱਚ ਪੈਦਾ ਹੋ ਕੇ ਜਦੋਂ ਇਹ ਸ਼ਬਦ ਉਚਾਰਨ ਕੀਤੇ, ਜਦੋਂ ਉਹ ਕਹਿੰਦੇ ਸੀ ਵੀ ਜਿਹੜੀ ਕਾਂਸ਼ੀ ਹੈ, ਜਿਹੜਾ ਬੰਦਾ ਇੱਥੇ ਪ੍ਰਾਣ ਤਿਆਗੇਗਾ ਉਹਨੂੰ ਬੈਕੁੰਠ ਮਿਲੇਗਾ, ਤੇ ਜਿਹੜਾ ਬੰਦਾ ਮਗਰ ਦੀ ਧਰਤੀ ਤੇ ਪ੍ਰਾਣ ਤਿਆਗੇਗਾ ਉਹਨੂੰ ਗਧੇ ਦੀ ਜੂਨ ਵਿੱਚ ਪੈਣਾ ਪਵੇਗਾ। ਤੇ ਭਗਤ ਕਬੀਰ ਜੀ ਵਰਗੇ ਯੋਧਿਆਂ ਦੀ ਸੁਰਤ ਵਿੱਚੋਂ ਇਹ ਇਨਕਲਾਬੀ ਸ਼ਬਦਾਂ ਦਾ ਜਨਮ ਹੋਣਾ ਕਿ ਅਸੀਂ ਉਸ ਕਾਂਸ਼ੀ ਨੂੰ ਅੱਜ ਛੱਡਣ ਲੱਗੇ ਹਾਂ। ਕਿਉਂ? ਕਿੱਡੇ ਪਿਆਰੇ ਸ਼ਬਦ ਉੱਥੇ ਭਗਤ ਕਬੀਰ ਜੀ ਨੇ ਵਰਤੇ ਸਨ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਵਸੈ ਸੁਖੀ। ਭਾਵ ਤੁਹਾਡੀ ਬਖਸ਼ਿਸ਼ ਨਾਲ, ਤੁਹਾਡੀ ਕਿਰਪਾ ਦੇ ਨਾਲ ਮੈਂ ਸਦਾ ਸੁਖੀ ਵਸਦਾ ਹਾਂ। ਤੋ ਪ੍ਰਸਾਦ ਸੁਖੀ ਸਦ ਹੀ, ਤੁਹਾਡੀ ਕਿਰਪਾ ਸਦਕਾ, ਤੁਹਾਡੀ ਮਿਹਰ ਸਦਕਾ ਮੈਂ ਆਤਮਿਕ ਤੌਰ 'ਤੇ ਟਿਕਾ ਵਿੱਚ ਤੋਰੇ ਭਰੋਸੇ ਮਗਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਤੁਹਾਡੇ ਭਰੋਸੇ, ਤੁਹਾਡੇ ਵਿਸ਼ਵਾਸ ਨਾਲ ਮੈਂ ਅੱਜ ਮਗਰ ਦੀ ਧਰਤੀ 'ਤੇ ਵਸਿਆ ਤੇ ਕਾਂਸ਼ੀ ਸਦਾ ਲਈ ਛੱਡ ਦਿੱਤੀ ਹੈ। ਤੋ ਇਹ ਸ਼ਬਦ ਉਹਨਾਂ ਦੀ ਸੁਰਤ ਵਿੱਚੋਂ ਨਿਕਲਣੇ ਕਿ ਭਾਵੇਂ ਮਗਹਰ ਹੈ ਤੇ ਭਾਵੇਂ ਕਾਂਸ਼ੀ, ਅਸੀਂ ਦੋਵੇਂ ਬਰਾਬਰ ਕਰਕੇ ਜਾਣੀਆਂ ਨੇ। ਤੋ ਭਾਵ ਇਹ ਸ਼ਬਦਾਂ ਦਾ ਖਿਆਲ, ਇਹਨਾਂ ਸ਼ਬਦਾਂ ਦੀ ਵਿਚਾਰਧਾਰਾ ਇਸ ਗੱਲ ਦਾ ਸਬੂਤ ਹੈ ਕਿ ਵਿਪਰ ਨੂੰ ਇਹ ਗੱਲ ਕਦੀ ਹਜਮ ਨਹੀਂ ਸੀ ਕਿ ਇੱਦਾਂ ਦੀ ਸੋਚ ਵਾਲੇ ਬੰਦੇ ਜੇ ਸੰਸਾਰ 'ਤੇ ਕਾਫਲਾ ਬਣਾ ਕੇ ਤੁਰ ਪਏ ਤੇ ਸਾਡਾ ਜੀਣਾ ਮੁਸ਼ਕਿਲ ਹੋ ਜਾਏਗਾ। ਤੋ ਖੈਰ, ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ ਦਾ ਜਦੋਂ ਜਨੇਊ ਪਾਉਣ ਦੀ ਗੱਲ ਆਉਣੀ ਤੇ ਗੁਰਦੇਵ ਜੀ ਨੇ ਇਹ ਸ਼ਬਦ ਉਚਾਰਨ ਕਰਨੇ ਵੀ ਦਇਆ ਕੁਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਹਾਈ ਤਾਂ ਪਾਂਡੇ ਘੱਤ। ਇਹ ਸ਼ਬਦ ਕਹਿਣੇ ਵੀ ਗਊ ਬ੍ਰਾਹਮਣ, ਜਿਹੜੇ ਗਾਂ ਨੂੰ ਅੱਜ ਵੀ ਮਾਂ ਕਹਿੰਦੇ ਹੋਣ, ਇਹ ਸ਼ਬਦ ਵਰਤਣੇ ਵੀ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰ ਨਾ ਜਾਈ, ਧੋਤੀ ਟਿੱਕਾ ਤੈਂ ਜਪ ਮਾਲੀ, ਧਾਨ ਮਲੇਸ਼ਾਂ ਖਾਈ ਅੰਤਰ ਪੂਜਾ। ਅੰਦਰ ਬਹਿ ਬਹਿ ਕੇ ਤੁਸੀਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੋ ਤੇ ਬਾਹਰ ਜਾ ਕੇ ਸਾਰੇ ਉਹਨਾਂ ਦੀਆਂ ਰਹੁ ਰੀਤਾਂ ਧਰਮ ਦੀਆਂ ਮੰਨਦੇ ਹੋ। ਕਹਿਣਗੇ ਅੰਤਰ ਪੂਜਾ ਪੜ੍ਹੇ ਕਤੇਬਾਂ, ਸੰਜਮ ਤੁਰਕਾ ਭਾਈ। ਕਹਿਣਗੇ ਛੋਡੀ ਲੈ ਪਖੰਡਾ, ਨਾਮ ਲੈ ਜਾਏ ਤਰਨ ਦਾ। ਇਹ ਉਹ ਬਾਣੀ ਜਿਹੜੀ ਰੋਜ਼ਾਨਾ ਗੁਰਦੁਆਰਿਆਂ ਵਿੱਚ ਸਵੇਰੇ ਪੜ੍ਹੀ ਜਾਂਦੀ ਹੈ। ਤਾਂ ਖੈਰ, ਇਹ ਸਿਰਫ ਸੰਕੇਤ ਮੈਂ ਤੁਹਾਨੂੰ ਦੇ ਰਿਹਾ ਕਿ ਵੇਖੋ ਪਿੱਛੋਂ ਤੁਸੀਂ ਤੁਰੋ ਵੀ ਵਿਪਰਵਾਦ ਨਾਲ ਇਹ ਵਿਚਾਰਧਾਰਾ ਦਾ ਟਕਰਾਅ ਹੈ। ਜਦੋਂ ਇਹ ਸ਼ਬਦ ਗੁਰੂ ਅਰਜਨ ਸਾਹਿਬ ਵਰਗੀ ਸ਼ਖਸੀਅਤ ਉਚਾਰਨ ਕਰਦੀ ਹੈ, ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ। ਜਿਸ ਪਾਹਣ ਕੋ ਠਾਕਰ ਕਹਿਤਾ। ਹੁਣ ਜਿਹੜਾ ਪੱਥਰ ਤੇ ਪੱਥਰ ਦੀ ਬਣੀ ਹੋਈ ਮੂਰਤੀ ਜਿਹਦਾ ਰੋਜੀ ਰੋਟੀ ਦਾ ਪ੍ਰਬੰਧ ਸੀ, ਤੇ ਇਹ ਸ਼ਬਦ ਕਹਿ ਦੇਣੇ ਕਿ ਭਲਿਆ ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸਕੋ ਡੁਬਤਾ, ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਰਾਮੀ। ਇਹ ਸ਼ਬਦ ਕਹਿ ਦੇਣੇ। ਪਾਖਾਨ ਗੜ੍ਹ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜ੍ਹ ਨਹਾਰੇ ਖਾਓ। ਉਹਨੂੰ ਕਿੱਦਾਂ ਪਸੰਦ ਆਉਂਦਾ? ਭਾਵੇਂ ਉਹ ਵਿਪਰ ਬੋਦੀ ਧੋਤੀ ਦੇ ਰੂਪ ਵਿੱਚ ਆਉਂਦਾ ਹੈ, ਕਦੀ ਉਹ ਵਿਪਰ ਪੱਗ ਵੀ ਬੰਨ੍ਹ ਲੈਂਦਾ ਹੈ, ਉਹ ਵਿਪਰ ਜਨੇਊ ਦੀ ਜਗ੍ਹਾ ਗਾਤਰਾ ਵੀ ਪਾ ਲੈਂਦਾ ਹੈ, ਉਹ ਵਿਪਰ ਪਹਿਚਾਨਣਾ ਔਖਾ ਹੋ ਗਿਆ। ਬਸ ਫਰਕ ਇੰਨਾ ਸੀ ਕਿ ਜਦੋਂ ਵੱਡੇ ਵੱਡੇ ਨੁਕਸਾਨ ਸਿੱਖਾਂ ਦੇ ਹੁੰਦੇ ਨੇ, ਸੁਰਤ ਕਰਕੇ ਉਹਦਾ ਮੁਕਾਬਲਾ ਕਰਨ ਦੀ ਤਾਕਤ ਰੱਖਦੇ ਨੇ, ਬਾਹੂ ਆਪਣੀ ਸਰੀਰ ਦੀ ਤਾਕਤ ਨਾਲ ਵੀ ਮੁਕਾਬਲਾ ਕਰਨ ਦੀ ਤਾਕਤ ਰੱਖਦੇ ਨੇ, ਪਰ ਜਦੋਂ ਅੰਦਰੋਂ ਡੇਗਿਆ ਜਾਏ ਉਦੋਂ ਖੜਾ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ ਹੈ। ਅੱਜ ਸਭ ਤੋਂ ਵੱਡੀ ਸਮੱਸਿਆ ਇਹ ਆਈ ਹੈ ਕਿ ਅਸੀਂ ਅੰਦਰੋਂ ਇੰਨੇ ਨਿਢਾਲ ਹੋ ਚੁੱਕੇ ਹਾਂ, ਅੱਜ ਸ਼ਬਦ ਵਿਚਾਰ ਨਾਲੋਂ, ਗੁਰੂ ਦੇ ਗਿਆਨ ਨਾਲੋਂ ਸਾਨੂੰ ਤੋੜਿਆ ਜਾ ਰਿਹਾ। ਤਾਂ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਤੁਸੀਂ ਪਿੱਛੇ ਜਾਓਗੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਸਮਾਂ ਆਉਂਦਾ ਹੈ,
ਜਿੱਥੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਉਹ ਤੱਤੀ ਤਵੀ ਦਾ ਇਤਿਹਾਸ ਪੜ੍ਹਦੇ ਹਾਂ, ਦੇਗ ਵਿੱਚ ਉਬਾਲਾ ਖਾਣ ਦਾ ਇਤਿਹਾਸ ਪੜ੍ਹਦੇ, ਜਿੰਨਾ ਗੁਨਾਹਗਾਰ ਜੇ ਉਸ ਵਕਤ ਜਹਾਂਗੀਰ ਹੈ ਤੇ ਲਾਗੇ ਕੋਲ ਖਲੋਤਾ ਹੋਇਆ, ਤੁਸੀਂ ਚੰਦੂ ਜਿਹੜਾ ਹੈ ਉਹਨੂੰ ਤੁਸੀਂ ਵਿੱਚੋਂ ਬਰੀ ਨਹੀਂ ਕਰ ਸਕਦੇ। ਚੰਦੂ ਵੀ ਓਨਾ ਹੀ ਕਸੂਰਵਾਰ ਹੈ, ਉਕਸਾਉਣ ਵਿੱਚ ਓਨਾ ਹੀ ਜ਼ਿੰਮੇਵਾਰ ਹੈ। ਜੇ ਤੁਸੀਂ ਅੱਗੇ ਜਾ ਕੇ ਵੇਖਦੇ ਹੋ, ਛੋਟੇ ਸਾਹਿਬਜ਼ਾਦਿਆਂ ਦੀ ਗੱਲ ਹੈ, ਜਿੰਨਾ ਗੁਨਾਹਗਾਰ ਜਿੰਨਾ ਕਸੂਰਵਾਰ ਵਜ਼ੀਰ ਖਾਂ ਹੈ, ਉਹਨਾਂ ਗੁਨਾਹਗਾਰ ਸੁੱਚਾਨੰਦ ਖੱਤਰੀ ਵੀ ਹੈ, ਜਿਹਨੇ ਆਖਿਆ ਸੀ, ਉਹਨੇ ਕਹਿਓ ਨਵਾਬ ਇਹ ਸਰਪ ਬਸੂਰੇ, ਛੋਟੇ ਵੱਡੇ ਡਸਕਨ ਜ਼ਰੂਰੇ। ਨਵਾਬ ਜੀ ਇਹ ਸੱਪ ਦੇ ਬੱਚੇ ਨੇ, ਭਾਵੇਂ ਛੋਟੇ ਨੇ ਭਾਵੇਂ ਵੱਡੇ ਨੇ, ਇੱਕ ਦਿਨ ਡੰਗ ਜ਼ਰੂਰ ਮਾਰਨਗੇ। ਇਹ ਸੁੱਚੇਨੰਦ ਖੱਤਰੀ। ਹੁਣ ਤੁਸੀਂ ਕੜੀ ਜੋੜ ਕੇ ਵੇਖਿਓ, ਸੁੱਚਾਨੰਦ ਖੱਤਰੀ, ਉਧਰ ਚੰਦੂ, ਇਧਰ ਲਖਪਤ ਰਾਏ। ਇਹ ਸਾਰੇ ਆਪਣੇ ਆਪ ਨੂੰ ਖੱਤਰੀ ਅਖਵਾਉਣ ਦਾ ਦਾਅਵਾ ਕਰਦੇ ਸੀ, ਬ੍ਰਾਹਮਣ ਅਖਵਾਉਣ ਦਾ ਦਾਅਵਾ ਕਰਦੇ ਸੀ, ਉੱਚ ਕੋਟੀਏ ਘਰਾਂ ਨਾਲ ਆਪਣੀ ਸੁਰਤ ਜੋੜਨ ਦਾ ਦਾਅਵਾ ਪੈ ਕਰਦੇ ਸੀ। ਕਹਿਣ ਲੱਗੇ ਉਹਨੇ ਕਹਿਓ ਨਵਾਬ ਇਹ ਸਰਪ ਬਸੂਰੇ, ਛੋਟੇ ਵੱਡੇ ਡਸਕ ਜ਼ਰੂਰੇ। ਭਾਵ ਜੇ ਵਜ਼ੀਰ ਖਾਂ ਕਸੂਰਵਾਰ ਹੈ ਤੇ ਤੁਸੀਂ ਉਹਦੇ ਵਿੱਚੋਂ ਸੁੱਚਾਨੰਦ ਖੱਤਰੀ ਨੂੰ ਬਾਹਰ ਨਹੀਂ ਕੱਢ ਸਕਦੇ, ਉਹ ਵੀ ਓਨਾ ਹੀ ਜ਼ਿੰਮੇਵਾਰ ਹੈ ਜਦੋਂ ਤਾਕਤਵਰ ਧਿਰ ਦੀ ਹਾਂ ਦੇ ਵਿੱਚ ਹਾਂ ਮਿਲਾਈ ਜਾ ਰਹੀ ਹੈ। ਤਾਂ ਖੈਰ, ਜਦੋਂ ਅਸੀਂ ਇਹ ਸਾਰੀ ਕੜੀ ਨੂੰ ਜੋੜ ਕੇ ਵੇਖਦੇ ਹਾਂ, ਪਸੰਦ ਕੀ ਨਹੀਂ ਹੈ, ਅਗਲਿਆਂ ਨੂੰ ਤੁਹਾਡਾ ਨਿਆਰਾਪਨ ਪਸੰਦ ਨਹੀਂ ਹੈ। ਜਦੋਂ ਵੀ ਤੁਸੀਂ ਮਾੜਾ ਜਿਹਾ ਇਸ ਪਿੰਜਰੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹੋ, ਅਗਲੇ ਤੜਫ ਉੱਠਦੇ ਨੇ। ਭਾਵੇਂ ਉਹ ਨਾਨਸ਼ਾਹੀ ਕੈਲੰਡਰ ਦੀ ਗੱਲ ਆਉਂਦੀ ਹੈ, ਭਾਵੇਂ ਸਾਡੀ ਵੱਖਰੀ ਹੋਣ ਦੀ ਗੱਲ ਆਉਂਦੀ ਹੈ, ਨਿਆਰਾਪਨ ਦੀ ਵਿਚਾਰ ਦੀ ਗੱਲ ਆਉਂਦੀ ਹੈ, ਅਗਲੇ ਐਵੇਂ ਨਹੀਂ ਹੈ। ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜਿਹੜੀ ਹੈ ਉਹ ਉਹਨਾਂ ਵਾਸਤੇ ਖਤਰਾ ਹੈ। ਅੱਜ ਤੁਸੀਂ ਵੇਖੋ, ਜਦੋਂ ਅਸੀਂ ਜੂਨ 1984 ਦੇ ਇਤਿਹਾਸ ਦੀ ਗੱਲ ਕਰਦੇ ਹਾਂ, ਚਾਹੇ ਉਹ ਦਰਬਾਰ ਸਾਹਿਬ 'ਤੇ ਅਕਾਲ ਤਖਤ 'ਤੇ ਅਟੈਕ ਹੈ, ਦਰਬਾਰ ਸਾਹਿਬ ਦਾ ਐਡਾ ਵੱਡਾ ਨੁਕਸਾਨ ਕਰਨਾ, ਟੈਂਕ ਤੋਪਾਂ ਚੜ੍ਹਾ ਕੇ ਆਉਣਾ, ਕਿੰਨਿਆਂ ਦਾ ਕਤਲੇਆਮ ਕਰਨਾ, ਕਿੰਨੇ ਸਾਡੇ ਸਿੱਖ ਭੈਣ ਭਰਾ ਬੱਚਿਆਂ ਦਾ ਨੁਕਸਾਨ ਹੋਣਾ, ਇਹ ਕੋਈ ਮਾਮੂਲੀ ਗੱਲ ਨਹੀਂ। ਇਹਦੇ ਪਿੱਛੇ ਪੂਰੀ ਪਲੈਨਿੰਗ ਹੈ, ਪਲੈਨਿੰਗ ਨਾਲ ਕੀਤਾ ਗਿਆ ਕੰਮ ਹੈ। ਚਲੋ ਮੰਨਿਆ ਵੀ ਦਰਬਾਰ ਸਾਹਿਬ ਦੇ ਅੰਦਰ ਸਾਡੇ ਕੋਈ ਸਿੱਖ ਭਰਾ ਅੰਦਰ ਸਨ, ਇਸ ਕਰਕੇ ਉਹਨਾਂ ਨੂੰ ਦਰਬਾਰ ਸਾਹਿਬ 'ਤੇ ਅਟੈਕ ਕਰਨਾ ਪਿਆ। ਜਿਹੜੇ ਬਾਕੀ 30-35 ਗੁਰਦੁਆਰਿਆਂ ਤੋਂ ਵੱਧ ਨੁਕਸਾਨ ਕੀਤਾ ਗਿਆ, ਉੱਥੇ ਕੌਣ ਛੁਪਿਆ ਸੀ? ਗੁਰੂ ਗ੍ਰੰਥ ਸਾਹਿਬ ਦੇ ਕੀ ਗੁਰੂ ਗ੍ਰੰਥ ਦੇ ਸਰੂਪ ਵੀ ਅੱਤਵਾਦੀ ਸਨ। ਗੁਰੂ ਗ੍ਰੰਥ ਦੇ ਸਰੂਪਾਂ ਦਾ ਜਿਹੜਾ ਨੁਕਸਾਨ ਕੀਤਾ ਗਿਆ, ਅਗਨ ਭੇਟ ਕੀਤਾ ਗਿਆ। ਇਸ ਤੋਂ ਬਾਅਦ ਤੁਸੀਂ ਵੇਖੋ, ਕਮਾਲ ਦੀ ਗੱਲ ਵੇਖੋ ਕਿ ਛੋਟੇ ਛੋਟੇ ਬੱਚਿਆਂ ਨੂੰ ਇਸ ਦੇਸ਼ ਦੀ ਆਰਮੀ ਵੱਲੋਂ ਪੈਰਾਂ ਤੋਂ ਫੜ ਕੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ। ਇੱਕ ਤੁਸੀਂ ਪਿੱਛੇ ਜੇ ਘਟਨਾ ਵੇਖੀ ਹੋਣੀ ਹੈ, ਜਦੋਂ ਪ੍ਰਿੰਸ ਨਾਂ ਦਾ ਬੱਚਾ ਹਰਿਆਣੇ ਦੇ ਵਿੱਚ ਇੱਕ ਬੋਰ ਵਿੱਚ ਡਿੱਗ ਪਿਆ ਸੀ, ਤੇ ਇਸ ਦੇਸ਼ ਦੀ ਆਰਮੀ ਨੇ ਕਈ ਘੰਟਿਆਂ ਦੀ ਜੱਦੋ ਜਹਿਦ ਨਾਲ ਉਸ ਪ੍ਰਿੰਸ ਨਾਂ ਦੇ ਬੱਚੇ ਨੂੰ ਬਾਹਰ ਕੱਢਿਆ। ਦੇਸ਼ ਦਾ ਰਾਸ਼ਟਰਪਤੀ, ਦੇਸ਼ ਦਾ ਪ੍ਰਾਈਮ ਮਿਨਿਸਟਰ ਲਾਈਵ ਸਾਰਾ ਮੀਡੀਆ ਰਾਹੀਂ ਉਹ ਘਟਨਾ ਨੂੰ ਵੇਖ ਰਿਹਾ ਹੈ, ਤੇ ਦੁਨੀਆ ਨੇ ਵਾਹ ਵਾਹ ਕੀਤੀ ਕਿ ਪ੍ਰਿੰਸ ਨਾਂ ਦੇ ਬੱਚੇ ਨੂੰ ਖੂਹ 'ਚੋਂ ਬਾਹਰ ਕੱਢਿਆ, ਵੀ ਬੱਲਾ ਵਧੀਆ ਕੀਤਾ। ਵੇਖੋ, ਬੱਚਾ ਕਿਸੇ ਦਾ ਵੀ ਹੋਵੇ, ਦੁਸ਼ਮਣ ਦਾ ਵੀ ਬੱਚਾ ਹੋਵੇ, ਬੱਚੇ ਸਾਰਿਆਂ ਨੂੰ ਪਿਆਰੇ ਹੁੰਦੇ ਨੇ, ਕਿਉਂਕਿ ਬੱਚੇ ਨੂੰ ਕੋਈ ਵੈਰ ਵਿਰੋਧ ਦਾ ਨਹੀਂ ਪਤਾ। ਖੁਸ਼ੀ ਮਨਾਈ ਸਾਰਿਆਂ ਨੇ ਵੀ ਕਈ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਦੇਸ਼ ਦੀ ਆਰਮੀ ਨੇ ਉਸ ਬੱਚੇ ਨੂੰ ਬਾਹਰ ਕੱਢ ਲਿਆਂਦਾ। ਖੁਸ਼ੀ ਮਨਾਈ, ਮਾਂ ਬਾਪ ਨੇ ਖੁਸ਼ੀ ਮਨਾਉਣੀ ਸੀ, ਲੋਕਾਂ ਨੇ ਵੀ ਖੁਸ਼ੀ ਮਨਾਈ ਵੀ ਬੱਚਾ ਬਾਹਰ ਗਿਆ। ਪਰ ਇੱਕ ਅਫਸੋਸ ਹੈ, ਉਹਨਾਂ ਬੱਚਿਆਂ ਦਾ ਕੀ ਕਸੂਰ ਸੀ ਜਿਹੜੀਆਂ ਆਪਣੀਆਂ ਮਾਵਾਂ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਨ ਮਨਾਉਣ ਵਾਸਤੇ ਦਰਬਾਰ ਸਾਹਿਬ ਗਈਆਂ ਸਨ, ਮਾਵਾਂ ਦੀਆਂ ਗੋਦ ਵਿੱਚੋਂ ਖੋਹ ਖੋਹ ਕੇ। ਜੇ ਲਾਹੌਰ ਦੇ ਵਿੱਚ ਉਹਨਾਂ ਬੀਬੀਆਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਉਣ ਵਾਲੇ, ਅਸੀਂ ਇਹ ਕਹਿੰਦੇ ਜੀ ਜ਼ਾਲਮ ਸੀ, ਉਹ ਜ਼ੁਲਮ ਕਰਨ ਵਾਲੇ ਸੀ, ਤੇ ਇਹ ਤੁਸੀਂ ਮਾफ़ ਕਰ ਸਕਦੇ ਹੋ? ਇਹਨਾਂ ਨੂੰ ਤੁਸੀਂ ਮਾफ़ ਕਰ ਸਕਦੇ ਹੋ? ਹੁਣ ਤੁਸੀਂ ਵੇਖੋ, ਜੂਨ 1984 ਦਾ ਜੋ ਦਿਨ ਚੱਲ ਰਹੇ ਨੇ, ਅੱਗੋਂ ਪਿੱਛੋਂ ਤੁਸੀਂ ਵੇਖੋ, ਇਕੱਠ ਦੀਆਂ ਗੱਲਾਂ ਕਰਨਗੇ, 9 ਮਾਸ ਦੇ ਰਿਸ਼ਤੇ ਦੀਆਂ ਗੱਲ ਕਰਨ ਵਾਲਿਆਂ ਨੇ ਬਹੁਤਿਆਂ ਨੇ ਇਸ ਜੂਨ 1984 ਦਾ ਨਾਂ ਤੱਕ ਵੀ ਨਹੀਂ ਲੈਣਾ। ਕਿਉਂ? ਕਿਉਂਕਿ ਆਪਣੇ ਗੰਦੇ ਚਿਹਰੇ ਨੰਗੇ ਹੋਣੇ ਨੇ, ਜਿਹੜੇ ਅੰਦਰੋਂ ਢੱਕੇ ਪਏ ਨੇ, ਬਾਹਰੋਂ ਢੱਕੇ ਪਏ ਨੇ, ਵੇਖਣ ਨੂੰ ਲੱਗਦਾ ਵੀ ਜਿਵੇਂ ਸਾਡੇ ਆਪਣੇ ਨੇ। ਕਦੀ ਸੋਚ ਕੇ ਵੇਖਿਓ ਤੁਸੀਂ ਕਿੱਡਾ ਵੱਡਾ ਨੁਕਸਾਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਰਮੀ ਹੈ, ਇਸ ਦੇਸ਼ ਦੀ ਆਰਮੀ ਹੈ ਜਿਹੜੀ ਰਾਖੀ ਕਰਨ ਵਾਸਤੇ ਬਣੀ ਹੈ, ਉਹ ਇਹ ਸਿੱਖ ਪਰਿਵਾਰਾਂ ਦੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਲੱਤਾਂ ਤੋਂ ਫੜ ਕੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕਰਦੀ ਹੈ। ਕੀ ਗੁਨਾਹ ਸੀ ਜੀ ਉਹਨਾਂ ਬੱਚਿਆਂ ਦਾ? ਸਿਰਫ ਉਹਨਾਂ ਦੇ ਨਾਂ ਨਾਲ ਸਿੰਘ ਤੇ ਕੌਰ ਸ਼ਬਦ ਲੱਗੇ ਸੀ। ਉਹਨਾਂ ਮਾਵਾਂ ਦੀ ਕੁੱਖ ਤੋਂ ਜਨਮ ਲਿਆ ਸੀ, ਜਿਹੜੀਆਂ ਮਾਵਾਂ ਆਪਣੇ ਆਪ ਨੂੰ ਗੁਰੂ ਦੀਆਂ ਬੱਚੀਆਂ ਖਵਾਉਣ ਦਾ ਮਾਣ ਮਹਿਸੂਸ ਕਰਦੀਆਂ ਸਨ। ਕਦੀ ਸੋਚ ਕੇ ਵੇਖਿਓ ਕਿੱਡਾ ਵੱਡਾ ਨੁਕਸਾਨ ਕੀਤਾ ਗਿਆ। ਯਾਦ ਰੱਖਣਾ, ਇਮਾਰਤਾਂ ਤੇ ਦੁਬਾਰਾ ਬਣ ਜਾਂਦੀਆਂ ਨੇ, ਬਣ ਵੀ ਗਈਆਂ ਨੇ, ਪਰ ਗੱਲ ਇਹ ਹੈ ਜਦੋਂ ਅੰਦਰ ਦਾ ਅਕੀਦਾ ਟੁੱਟਦਾ ਹੈ
ਉਹਨੂੰ ਦੁਬਾਰਾ ਪੈਦਾ ਕਰਨ ਵਾਸਤੇ ਬੜਾ ਵਕਤ ਲੱਗਦਾ ਹੈ। ਅੱਜ ਅਸੀਂ ਜਿਹੜੇ ਕਦੀ ਇਹ ਸਮਾਂ ਬੋਲਦੇ ਸਨ ਕਿ ਅਸੀਂ ਸਾਡੀਆਂ ਛਾਤੀਆਂ ਉੱਤੋਂ ਦੀ ਟੈਂਕ ਲੰਘ ਕੇ ਜਾਣਗੇ, ਉਹ ਤੁਹਾਨੂੰ ਪਤਾ ਕੌਣ ਨੇ, ਜਿਹੜੀ ਉਸ ਵਕਤ ਦੀ ਲੀਡਰਸ਼ਿਪ ਸੀ। ਸਾਨੂੰ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਦੁਸ਼ਮਣ ਕੁਝ ਹੋਰ ਹੈ, ਪਰ ਪ੍ਰੋਬਲਮ ਇਹ ਹੈ ਅਸੀਂ ਦੁਸ਼ਮਣ ਦੀ ਅੱਜ ਤੱਕ ਪਹਿਚਾਣ ਨਹੀਂ ਕਰ ਸਕੇ। ਗੁਰੂ ਨਾਨਕ ਸਾਹਿਬ ਦਾ ਵਾਕ ਬੜਾ ਪਿਆਰਾ ਹੈ, ਹਰਨਾਂ ਬਾਜਾਂ ਤੈ ਸਿਕਦਾਰਾਂ ਇਹਨਾਂ ਪੜ੍ਹਿਆ ਨਾਉ। ਹਿਰਨ ਵੀ ਪੜ੍ਹਾਇਆ ਜਾਂਦਾ, ਬਾਜ ਵੀ ਪੜ੍ਹਾਇਆ ਜਾਂਦਾ, ਹਿਰਨ ਵੀ ਪੜ੍ਹਾਇਆ ਜਾਂਦਾ। ਸ਼ਿਕਾਰੀ ਹਿਰਨ ਨੂੰ ਪੜ੍ਹਾ ਕੇ ਜੰਗਲ ਵਿੱਚ ਛੱਡਦਾ, ਬਾਜ ਨੂੰ ਪੜ੍ਹਾ ਕੇ ਉਹ ਆਕਾਸ਼ ਵਿੱਚ ਉਡਾ ਦਿੰਦਾ। ਉਹ ਬਾਜ ਤੇ ਉਹ ਹਿਰਨ ਆਪਣੇ ਜਾਤ ਭਰਾਵਾਂ ਨੂੰ ਪਿੱਛੇ ਲਾ ਕੇ ਲੈ ਆਉਂਦਾ। ਸ਼ਿਕਾਰੀ ਨੂੰ ਪਤਾ ਵੀ ਇਹ ਤੇ ਹਿਰਨ ਮੇਰਾ ਹੈ, ਇਹ ਬਾਜ ਮੇਰਾ ਹੈ, ਪਰ ਪਿੱਛੇ ਆਉਣ ਵਾਲਿਆਂ ਨੂੰ ਫੁੰਡ ਦਿੰਦਾ ਉਹ। ਤੀਜਾ ਸ਼ਬਦ ਵਰਤਿਆ ਹਰਨਾਂ ਬਾਜਾਂ ਤੈ ਸਿਕਦਾਰਾਂ। ਸਰਕਾਰੀ ਐਹਲਕਾਰ ਵੀ ਪੜ੍ਹਾਏ ਜਾਂਦੇ ਨੇ, ਪੜ੍ਹਾ ਕੇ ਪਬਲਿਕ ਵੀ ਛੱਡੇ ਜਾਂਦੇ ਨੇ। ਉਹ ਜਕਾਰੇ ਨਾਰੇ ਜਕਾਰੇ ਉੱਦਾਂ ਹੀ ਬੁਲਾਉਂਦੇ ਨੇ। ਸਾਨੂੰ ਲੱਗਦਾ ਇਹ ਸਾਡਾ ਪੰਥਕ ਹੈ, ਸਾਡਾ ਆਪਣਾ ਹੈ, ਪਰ ਜਿਹਨਾਂ ਪੜ੍ਹਾਇਆ ਹੁੰਦਾ ਉਹਨੂੰ ਪਤਾ ਹੁੰਦਾ ਇਹ ਸਾਡਾ ਹੈ, ਅਗਲੇ ਗੋਲੀਆਂ ਨਾਲ ਫੁੰਡ ਦਿੰਦੇ ਨੇ। ਐਸਾ ਨਹੀਂ ਹੋਇਆ ਸਾਡੇ ਨਾਲ। ਵੱਡੇ ਵੱਡੇ ਫੈਡਰੇਸ਼ਨਾਂ ਦੇ ਆਗੂ ਜਿਹੜੇ ਉਸ ਵਕਤ ਨਾਅਰੇ ਤੇ ਜਕਾਰੇ ਮਾਰਨ ਵਾਲੇ ਸੀ, ਅੱਜ ਟਿਕਟਾਂ ਬਦਲੇ, ਚੇਅਰਮੈਨੀਆਂ ਬਦਲੇ, ਲਾਲਾਂ ਸੁੱਟਦੇ ਤੁਹਾਨੂੰ ਨਜ਼ਰ ਨਹੀਂ ਆਉਂਦੇ। ਜਿਹੜੇ ਪੰਥ ਦੇ ਨਾਂ 'ਤੇ ਅੱਜ ਫਿਰ ਦੁਬਾਰਾ ਵੋਟਾਂ ਮੰਗ ਕੇ ਫਿਰ ਅੱਜ ਗੁੰਮਰਾਹ ਪੈ ਕਰਦੇ ਨੇ। ਮੈਂ ਜੇ ਆਪਾਂ ਦੋਵਾਂ ਧਿਰਾਂ ਦੀ ਗੱਲ ਕਰਕੇ ਵੇਖੀਏ, ਤੁਸੀਂ ਇੱਕ ਲੀਡਰਸ਼ਿਪ ਨੂੰ ਇਹਦੇ ਵਿੱਚੋਂ ਮੁਕਤ ਨਹੀਂ ਕਰ ਸਕਦੇ, ਦੋਵੇਂ ਬਰਾਬਰ ਗਿਣੀਆਂ ਜਾਣਗੀਆਂ। ਸਭ ਤੋਂ ਵੱਡੀ ਪ੍ਰੋਬਲਮ ਇੱਥੇ ਆਣ ਕੇ ਖੜੀ ਹੁੰਦੀ ਹੈ, ਸਭ ਤੋਂ ਵੱਡੀ ਸਮੱਸਿਆ ਇੱਥੇ ਖੜੀ ਹੁੰਦੀ ਹੈ। ਅਸੀਂ ਇੱਕੋ ਪੱਖ ਜਿਹਨੂੰ ਕਹਿੰਦੇ ਠੀਕ ਹੈ, ਪ੍ਰੋਬਲਮ ਇੱਥੇ ਆਉਂਦੀ ਹੈ ਵੀ ਜੇ ਇੰਦਰਾ ਗਾਂਧੀ ਨੇ ਅਟੈਕ ਕਰਾਇਆ, ਸਰਕਾਰ ਆਪਾਂ ਕਹਿੰਦੇ ਜੀ ਉਸ ਵਕਤ ਕਾਂਗਰਸ ਦੀ ਹੈ, ਤੁਸੀਂ ਅਕਾਲੀ ਲੀਡਰਸ਼ਿਪ ਨੂੰ ਤੁਸੀਂ ਵਿੱਚੋਂ ਬਾਹਰ ਨਹੀਂ ਕਰ ਸਕਦੇ, ਉਹਨੂੰ ਬਾਹਰ ਨਹੀਂ ਕਰ ਸਕਦੇ। ਉਹਨਾਂ ਦੇ ਚਿਹਰੇ ਨੰਗੇ ਹੋ ਚੁੱਕੇ ਨੇ ਵੀ ਕਿਹੜੇ ਲੋਕ ਸਨ ਜਿਹੜੇ ਉਸ ਵਕਤ ਇਹ ਦਾਅਵਾ ਕਰਦੇ ਸੀ ਇਹ ਟੈਂਕ ਸਾਡੀਆਂ ਛਾਤੀਆਂ ਉੱਤੋਂ ਦੀ ਲੰਘ ਕੇ ਜਾਣਗੇ। ਉਹ ਟੈਂਕ ਛਾਤੀਆਂ ਉੱਤੋਂ ਤੋਂ ਕੀ ਲੰਘਣੇ ਸੀ? ਆਪਣੇ ਭਰਾਵਾਂ ਦੀਆਂ ਲਾਸ਼ਾਂ 'ਤੇ ਪੈਰ ਰੱਖ ਕੇ ਬਾਹਰ ਆ ਗਏ ਅਤੇ ਤਾਕਤਵਰ ਧਿਰ ਨੂੰ ਆਣ ਕਹਿਤਾ ਵੇਖੋ ਜੀ ਅਸੀਂ ਹੁਣ ਤੁਹਾਡੇ ਕੋਲ ਹਾਂ। ਉਹ ਟਿਕਟਾਂ, ਉਹ ਚੇਅਰਮੈਨੀਆਂ, ਉਹ ਪ੍ਰਧਾਨਗੀਆਂ, ਸਾਰਾ ਕੁਝ ਉੱਥੇ ਪਿਆ। ਠੀਕ ਹੈ, ਗੱਲਾਂ ਕਈਆਂ ਨੂੰ ਚੁਭਣੀਆਂ ਨੇ। ਈਵਨ ਇੱਥੋਂ ਤੱਕ ਵੱਡੇ ਵੱਡੇ ਸ਼ਹੀਦਾਂ ਦੇ ਪਰਿਵਾਰ ਵੀ ਅੱਜ ਟਿਕਟਾਂ ਬਦਲੇ ਤੁਹਾਨੂੰ ਲੀਡਰਾਂ ਦੀਆਂ ਚੱਪਲਾਂ ਚੜ੍ਹਦੇ ਨਜ਼ਰ ਆਉਣਗੇ। ਵੱਡੇ ਵੱਡੇ ਸ਼ਹੀਦਾਂ ਦੇ ਪਰਿਵਾਰ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਂ 'ਤੇ ਬਹੁਤ ਕੁਝ ਇਕੱਠਾ ਕੀਤਾ ਹੈ, ਉਹਨਾਂ ਦੇ ਪਰਿਵਾਰ ਵੀ ਤੁਹਾਨੂੰ ਅੱਜ ਲੀਡਰਾਂ ਦੀਆਂ ਜੁੱਤੀਆਂ ਚੜ੍ਹਦੇ ਨਜ਼ਰ ਆਉਣਗੇ। ਸ਼ਾਇਦ ਉਹਨਾਂ ਦੀ ਆਤਮਾ ਅੱਜ ਕਰਲਾਉਂਦੀ ਹੋਏਗੀ। ਬਸ ਪ੍ਰੋਬਲਮ ਇਹ ਹੈ, ਜੇ ਉਸ ਵਕਤ ਪੰਜਾਬ ਦੇ ਵੱਖ-ਵੱਖ 30-35 ਤੋਂ ਵੱਧ ਗੁਰਦੁਆਰਿਆਂ ਦੇ ਉੱਤੇ ਹਮਲੇ ਕੀਤੇ ਗਏ, ਨੁਕਸਾਨ ਕੀਤੇ ਗਏ, ਹੁਣ ਦੱਸਿਓ ਪੰਜਾਬ 'ਚ ਡੇਰੇ ਹੈ ਨਹੀਂ ਸੀ 84 'ਚ? ਕਿੰਨਿਆਂ ਡੇਰਿਆਂ ਦਾ ਨੁਕਸਾਨ ਹੋਇਆ? ਅਗਲੇ ਨੂੰ ਪਤਾ ਸੀ ਕਿ ਡੇਰੇ ਤਾਂ ਸਾਡੇ ਹੱਕ ਵਿੱਚ ਭੁਗਤਦੇ ਨੇ, ਇਹਨਾਂ ਦਾ ਨੁਕਸਾਨ ਕਰਨ ਦੀ ਕੀ ਲੋੜ ਹੈ? ਜੇ ਅਸੀਂ ਟੱਲੀਆਂ ਖੜਕਾਉਂਦੇ ਹਾਂ, ਇਹ ਵੀ ਟੱਲੀਆਂ ਖੜਕਾਉਂਦੇ ਨੇ। ਜੇ ਅਸੀਂ ਮੂਰਤੀ ਪੂਜਾ ਦੀ ਤਰ੍ਹਾਂ ਦੇਵ ਮੰਦਰਾਂ ਦੇ ਵਿੱਚ ਟੱਲੀਆਂ ਖੜਕਾਉਂਦੇ ਹਾਂ, ਤਿਲਕ ਲਾਉਂਦੇ ਹਾਂ, ਇਹ ਵੀ ਤਾਂ ਉਹ ਹੁਕਮ ਕਰਦੇ ਨੇ ਤਾਂ ਸਾਡਾ ਕੰਮ ਕਰ ਰਹੇ ਨੇ। ਪ੍ਰੋਬਲਮ ਉਹਨਾਂ ਤੋਂ ਹੈ ਜਿਹੜੇ ਵੱਖਰੀ ਵਿਚਾਰਧਾਰਾ ਦੀ ਗੱਲ ਕਰਦੇ ਨੇ। ਅੱਜ ਦੇ ਅਜੋਕੇ ਸਮੇਂ 'ਚ ਵੀ ਉਹ ਪ੍ਰਚਾਰਕ, ਉਹ ਰਾਗੀ, ਉਹ ਵਿਅਕਤੀ ਚੁੱਭਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਿਰੋਲ ਸਿਧਾਂਤ ਦੀ ਗੱਲ ਕਰਦਾ ਹੈ, ਜਿਹੜਾ ਸੰਪਰਦਾਇ ਅਤੇ ਡੇਰੇਦਾਰਾਂ ਦੀਆਂ ਚੱਪਲਾਂ ਚੱਟਦਾ। ਉਹ ਤਾਂ ਪ੍ਰੋਬਲਮ ਨਹੀਂ ਹੈ, ਭਾਵੇਂ ਉਹ ਢਾਡੀ ਹੋਵੇ, ਭਾਵੇਂ ਰਾਗੀ ਹੋਵੇ, ਅਤੇ ਭਾਵੇਂ ਕੋਈ ਪ੍ਰਚਾਰਕ ਹੋਵੇ, ਅਤੇ ਭਾਵੇਂ ਈਵਨ ਕੋਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕਿਉਂ ਨਾ ਹੋਵੇ, ਕੋਈ ਵੀ ਹੋਵੇ, ਚੁੱਭਦਾ ਉਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ। ਇਹ ਗੱਲ ਦਾ ਖਿਆਲ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਨਿਰੋਲ ਵਿਚਾਰਧਾਰਾ, ਜਿਹੜੀ ਸਾਨੂੰ ਗੁਰੂ ਸਾਹਿਬ ਜੀ ਨੇ ਬਹੁਤ ਪਿਆਰੀ ਬਖਸ਼ਿਸ਼ ਕੀਤੀ। ਤੁਸੀਂ ਬਾਣੀ ਪੜ੍ਹ ਕੇ ਵੇਖੋ ਕਿੰਨੇ ਵਿਪਰਵਾਦ ਦੇ ਛੜਵੇ ਲਾਏ ਨੇ। ਉਹਨੂੰ ਤਕਲੀਫ, ਭਗਤ ਕਬੀਰ ਜੀ ਵਰਗਿਆਂ ਨੂੰ ਹਾਥੀਆਂ ਗਾੜੀ ਬੰਨ੍ਹ ਕੇ ਸੁੱਟਿਆ ਕਿਉਂ ਗਿਆ ਹੋਏਗਾ? ਕਦੀ ਸੋਚ ਕੇ ਵੇਖਿਓ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਤੱਤੀ ਤਵੀ 'ਤੇ ਬੈਠਣਾ, ਦੇਗ ਵਿੱਚ ਉਬਾਲਾ ਖਾਣਾ, ਇਹਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਹੈ? ਅਗਲੇ ਕਿਹਾ ਜਿਸ ਸੁਰਤ ਵਿੱਚੋਂ ਇਨਕਲਾਬੀ ਵਿਚਾਰ ਆਉਂਦੇ ਨੇ ਉਹ ਸੁਰਤ ਖਤਮ ਕਰ ਦਿਓ। ਉਹਨਾਂ ਨੂੰ ਕੀ ਪਤਾ ਸੀ ਇਹ ਬੂਟਾ ਹੈ, ਇਹ ਹੁਣ ਬੂਟਾ ਪ੍ਰਫੁੱਲਤ ਹੋ ਚੁੱਕਾ ਹੈ। ਜਹਾਂਗੀਰ ਵਰਗੇ ਝੂਠ ਦੀ ਦੁਕਾਨ ਲਿਖਦੇ ਨੇ, ਇਹ ਝੂਠ ਦੀ ਦੁਕਾਨ ਨਹੀਂ, ਇਹ ਸੱਚ ਦੀ ਦੁਕਾਨ ਸੀ। ਸੱਚ ਦਾ ਇੱਥੋਂ ਸੌਦਾ ਮਿਲਦਾ ਸੀ। ਜਦੋਂ ਤੁਸੀਂ 84 ਦਾ ਇਤਿਹਾਸ ਪੜ੍ਹੋਗੇ ਤੁਹਾਨੂੰ ਪਿਛੋਕੜ ਵੱਲ ਜਾਣਾ ਪੈਣਾ। ਅੱਜ ਤਾਂ ਬਹੁਤੇ ਨੌਜਵਾਨਾਂ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਹੈ, ਭਾਵੇਂ 84 ਬਾਰੇ ਸੈਂਕੜੇ ਕਿਤਾਬਾਂ ਛਪ ਚੁੱਕੀਆਂ ਨੇ। ਕੁਝ ਨਾ ਕੁਝ ਤਾਂ ਪੜ੍ਹਨ ਦੀ ਲੋੜ ਹੈ ਨਾ, ਸਮਝਣ ਦੀ ਲੋੜ ਹੈ। ਨੌਜਵਾਨ ਗਲਤ ਬਣੇ। ਮਾਰਸ਼ਲ ਕੌਮ ਚੁਟਕੀਆਂ ਮਾਰਨ ਲਾਤੀ, ਅਗਲਿਆਂ ਨੇ ਚੁਟਕੀਆਂ ਮਾਰਨ ਲਾਤੀ। ਗੁਰੂ ਸਾਹਿਬ ਜੀ ਲਾਚਾਰ ਕਿੱਥੋਂ ਤੁਰੇ ਸੀ ਅਸੀਂ? ਆਹ 4 ਦਿਨ ਤੁਸੀਂ ਵੇਖਿਓ, 4 ਦਿਨ ਅਸੀਂ ਅਕਾਲ ਤਖਤ ਨੂੰ ਯਾਦ ਕਰਾਂਗੇ, 4 ਦਿਨ ਅਸੀਂ ਦਰਬਾਰ ਸਾਹਿਬ ਦੀ ਗੱਲ ਕਰਾਂਗੇ, 4 ਦਿਨ ਜੂਨ 1984 ਦੇ ਸਿੰਘਾਂ ਦੀ ਗੱਲ ਕਰਾਂਗੇ। ਆਹ 4 ਦਿਨ ਬੀਤਣ ਤੋਂ ਬਾਅਦ ਫਿਰ ਉਹੀ
ਉਹ ਕੰਮ ਹੀ ਉੱਦਾਂ ਹੀ ਸ਼ਰਾਬਾਂ ਪੀਣੇ, ਉੱਦਾਂ ਹੀ ਬੱਕਰੇ ਬੁਲਾਉਣੇ, ਉੱਦਾਂ ਹੀ ਸਾਰਾ ਕੁਝ ਭੁੱਲ ਜਾਂਦਾ ਸਾਨੂੰ ਸਾਰਾ ਕੁਝ ਉਸੇ ਵੇਲੇ। ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਆਪਣੇ ਘਰ ਦੇ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝੇ ਨੇ, ਉਹਨਾਂ ਦਾ ਕੀ ਕਸੂਰ ਸੀ? ਜਿਹੜੇ ਜੂਨ 1984 'ਚ ਆਪਣੇ ਪਰਿਵਾਰਾਂ ਨਾਲ ਦਰਬਾਰ ਸਾਹਿਬ ਨਮਸਕਾਰਾਂ ਕਰਨ ਗਏ ਸੀ, ਉਹਨਾਂ ਦਾ ਕੀ ਕਸੂਰ ਸੀ? ਸਿਰ ਚੁੱਕਦਾ। ਮੈਨੂੰ ਅੱਜ ਵੀ ਯਾਦ ਹੈ, ਮੈਂ ਬੰਗਲਾ ਸਾਹਿਬ ਤੋਂ ਲਾਈਵ 2010 ਦੀ ਗੱਲ ਦੱਸ ਰਿਹਾ, ਅੱਜ ਤੋਂ 10 ਸਾਲ ਪਹਿਲਾਂ ਮੈਂ ਬੰਗਲਾ ਸਾਹਿਬ ਤੋਂ ਬੋਲਿਆ ਸੀ। ਉਹ ਧਰਮੀ ਫੌਜੀ ਜਿਹੜੇ ਆਪਣੀਆਂ ਨੌਕਰੀਆਂ ਛੱਡ ਆਏ, ਬਾਤ ਨਹੀਂ ਪੁੱਛੀ ਬਹੁਤਿਆਂ ਦੀ, ਉਹਨਾਂ ਦੀ ਕਿੱਥੇ ਪੁੱਛੀਏ? ਅਸੀਂ ਤਾਂ ਸਾਧਾਂ ਦੇ ਮੜੀਆਂ ਬਣਾਉਣ ਵਿੱਚ ਲੱਗੇ ਹੋਏ ਹਾਂ, ਸਾਧਾਂ ਦੀਆਂ ਬਰਸੀਆਂ ਮਨਾਉਣ ਵਿੱਚ ਲੱਗੇ ਹੋਏ ਹਾਂ। ਅੱਜ ਤਾਂ ਉਹਨਾਂ ਦੀਆਂ ਚੁੱਲ੍ਹਿਆਂ 'ਚ ਭੰਗ ਪੁੱਜਦੀ ਹੈ, ਉਹਨਾਂ ਦੀਆਂ ਤਾਂ ਪੀੜ੍ਹੀਆਂ ਵੀ ਆਂਦੀਆਂ ਹੋਣੀਆਂ ਨੇ। ਨਾ ਉਹਨਾਂ ਨੂੰ ਸਰਕਾਰਾਂ ਵੱਲੋਂ ਪੈਨਸ਼ਨਾਂ ਜਿਹੜੀਆਂ ਮਿਲਣ, ਨੌਕਰੀ ਨਹੀਂ ਪੂਰੀ ਕਰਕੇ ਆਏ ਤੇ ਭੱਜ ਆਏ ਉੱਥੋਂ। ਸਰਕਾਰਾਂ ਨੇ ਜਿਹੜੀ ਬਾਤ ਪੁੱਛਣੀ ਸੀ, ਸਰਕਾਰਾਂ ਨੇ, ਕਿਉਂਕਿ ਸਰਕਾਰ ਤੋਂ ਤਾਂ ਉਹ ਬਾਗੀ ਹੋ ਕੇ ਆਏ ਸਨ ਕਿ ਸਾਡੇ ਧਾਰਮਿਕ ਅਸਥਾਨ 'ਤੇ ਐਡਾ ਵੱਡਾ ਅਟੈਕ ਹੋ ਰਿਹਾ ਹੈ। ਉਹਨਾਂ ਨੂੰ ਪੁੱਛਣ ਦੀ ਬਜਾਏ ਉਹਨਾਂ ਦੀਆਂ ਪੀੜ੍ਹੀਆਂ ਕੋਸਦੀਆਂ ਹੋਣੀਆਂ ਨੇ, ਕੀ ਕੀਤਾ ਤੁਸੀਂ? ਸਾਡੀ ਐਜੂਕੇਸ਼ਨ, ਸਾਡੀ ਵਿਦਿਆ ਸਭ ਖੂਹ 'ਚ ਪਾ ਦਿੱਤੀ ਤੁਸੀਂ। ਇਸ ਕੌਮ ਬਦਲੇ ਤੁਸੀਂ ਛੱਡ ਕੇ ਆਏ, ਜਿਹੜੇ ਕੌਮ ਦੇ ਵੱਡੇ ਵੱਡੇ ਲੀਡਰ ਅੱਜ ਲੀਡਰਾਂ ਦੀਆਂ ਜੁੱਤੀਆਂ ਚੜ੍ਹਦੇ ਪਏ ਨੇ। ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਬਾਣੀ ਪੜ੍ਹਦਾ, ਮੈਨੂੰ ਸ਼ਬਦ ਚੇਤੇ ਆਉਂਦਾ ਜਿਸ 'ਚ ਗੁਰਦੇਵ ਜੀ ਨੇ ਲਿਖਿਆ, ਕਿੰਨੇ 100 ਸਾਲ ਪਹਿਲਾਂ ਪਰ ਢੁਕਦਾ ਸਾਡੇ ਤੇ ਅੱਜ ਹੈ। ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜ੍ਹਿਆ ਨਾਉ। ਹਿਰਨ ਵੀ ਪੜ੍ਹਾਇਆ ਜਾਂਦਾ ਹੈ, ਬਾਜ ਵੀ ਪੜ੍ਹਾਇਆ ਜਾਂਦਾ ਹੈ, ਸਰਕਾਰੀ ਅਹਿਲਕਾਰ ਵੀ ਪੜ੍ਹਾਇਆ ਜਾਂਦਾ ਹੈ। ਹਰਨਾ ਬਾਜਾਂ ਤੈ ਸਿਕਦਾਰਾਂ, ਇਹਨਾਂ ਪੜ੍ਹਿਆ ਨਾਉ। ਅੱਗੇ ਗੁਰਦੇਵ ਜੀ ਕਹਿੰਦੇ ਨੇ, ਫਾਂਦੀ ਲੱਗੀ ਜ਼ਾਤ ਪਹਾਇਨ। ਕੀ ਪੜ੍ਹਾਈ ਕੀਤੀ ਹੈ? ਆਪਣੇ ਜਾਤ ਭਰਾਵਾਂ ਨੂੰ ਫਾਹੀ ਲਾਉਣ ਦੀ ਪੜ੍ਹਾਈ ਕੀਤੀ। ਫਾਂਦੀ ਲੱਗੀ ਜ਼ਾਤ ਪਹਾਇਨ, ਅੱਗੇ ਨਾ ਹੀ ਥਾਉ। ਗੁਰਦੇਵ ਦੀ ਬਾਣੀ ਦਾ ਵਾਕਿਆ। ਸੋ ਪੜ੍ਹਿਆ ਪਤਾ ਕੌਣ ਹੈ? ਐਜੂਕੇਸ਼ਨ ਪਤਾ ਕਿਹਦੀ ਮੰਨੀ ਗਈ ਹੈ? ਸੋ ਪੜ੍ਹਿਆ ਸੋ ਪੰਡਤ ਬੀਨਾ, ਉਹ ਪੜ੍ਹਿਆ ਉਹੀ ਸਿਆਣਾ ਹੈ। ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੇ। ਜਿਵੇਂ ਦਰਖਤ ਉਹੀ ਛਾਂ ਕਰਦਾ ਹੈ, ਉਸੇ ਦਰਖਤ ਦੀਆਂ ਲੱਕੜਾਂ ਕੰਮ ਆਉਂਦੀਆਂ ਨੇ ਜਿਹਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਲੱਗੀਆਂ ਹੁੰਦੀਆਂ ਨੇ। ਉਹ ਵਿਦਿਆ ਪਰਉਪਕਾਰ ਕਰਦੀ ਹੈ ਜਿਹਦੀ ਜੜ ਧਰਮ ਨਾਲ ਜੁੜੀ ਹੈ, ਸੱਚ ਨਾਲ ਜੁੜੀ ਹੈ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਜੇ ਵਿਦਿਆ ਦੀਆਂ ਜੜ੍ਹਾਂ ਧਰਮ ਨਾਲ ਨਹੀਂ ਜੁੜੀਆਂ ਹੋਣਗੀਆਂ, ਫਿਰ ਇੱਦਾਂ ਹੋਏਗਾ, ਰਾਜੇ ਰਾਜੇ ਸ਼ੇਰ ਬਣ ਜਾਣਗੇ ਅਤੇ ਮੁਕੱਦਮ ਉਹਨਾਂ ਦੇ ਜਿਹੜੇ ਅਹਿਲਕਾਰ ਆ ਉਹ ਕੁੱਤੇ ਬਣ ਜਾਣਗੇ। ਕੁੱਤੇ ਦਾ ਕੀ ਕੰਮ ਹੁੰਦਾ? ਜਾਨਵਰ ਨੂੰ ਅੱਧਾ ਕੁ ਜਾ ਕੇ ਮਾਰ ਦਿਓ ਤਾਂ ਕਿ ਸ਼ੇਰ ਦੀ ਖੁਰਾਕ ਬਣ ਜਾਏ। ਰਾਜੇ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਜਾਏ ਜਗਾਇਨ ਦਾ ਅਰਥ ਕੀ ਆ? ਵੇਲੇ ਕੁ ਵੇਲੇ ਜਾ ਕੇ ਤੰਗ ਕਰਦੇ। ਨਹੀਂ ਸੀ ਤੰਗ ਕਰਦੇ। ਕੀ ਗੁਨਾਹ ਸੀ ਉਹਨਾਂ ਪਰਿਵਾਰਾਂ ਦਾ? ਜੇ ਰਾਤ ਨੂੰ 4 ਨੌਜਵਾਨ ਉਹਨਾਂ ਦੇ ਘਰੋਂ ਆਣ ਕੇ ਪ੍ਰਸ਼ਾਦਾ ਛਕ ਜਾਂਦੇ ਸੀ ਤੇ ਪੁਲਿਸ ਮਾਰਦੀ ਸੀ, ਜੇ ਉਹ ਨਹੀਂ ਸੀ ਖਾਉਂਦੇ ਤੇ ਉਹ ਮਾਰਦੇ ਸੀ। ਉਹਨਾਂ ਪਰਿਵਾਰਾਂ ਦਾ ਕੀ ਗੁਨਾਹ ਹੈ ਜੀ? ਜਿਨ੍ਹਾਂ ਦੇ ਘਰਾਂ ਦੇ ਘਰ ਇੱਕ ਪਰਿਵਾਰ ਦੇ 10-10 ਜੀ ਗਵਾਏ ਨੇ, ਉਦੋਂ 10-10 ਜੀ ਗਵਾਏ ਨੇ। ਤੇ ਦੋਵੇਂ ਪਾਸਿਓਂ ਨੁਕਸਾਨ ਸਾਡੀਆਂ ਸਿੱਖ ਮਾਵਾਂ ਦਾ, ਸਿੱਖ ਮਾਂ ਦੀ ਕੁੱਖ ਦਾ ਨੁਕਸਾਨ ਹੋਇਆ ਹੈ। ਜੇ ਜਾਣ ਵਾਲਾ ਪੁਲਿਸ ਵਾਲਾ ਸੀ ਤੇ ਉਹ ਵੀ ਕਿਸੇ ਪੰਜਾਬੀ ਮਾਂ ਦਾ ਪੁੱਤ, ਜੇ ਦੂਜੇ ਬੰਨੇ ਉਹ ਸਿੰਘ ਸੀ ਤੇ ਉਹ ਵੀ ਕਿਸੇ ਪੰਜਾਬੀ ਮਾਂ ਦੇ ਪੁੱਤ ਸੀ। ਨੁਕਸਾਨ ਦੋਵੇਂ ਪੱਖੋਂ ਕਿਹਦਾ ਹੋਇਆ? ਸਾਡੀਆਂ ਪੰਜਾਬੀ ਮਾਵਾਂ ਦਾ। ਅੱਜ ਵੀ ਰੋਂਦੀਆਂ ਪਈਆਂ ਨੇ। ਠੀਕ ਹੈ, ਅਖੌਤੀ ਜਥੇਦਾਰ ਸਾਡੇ ਵੀ ਕਹਿੰਦੇ ਖੇਖਣ ਕਰਦੇ। ਤੁਹਾਨੂੰ ਪਤਾ ਪਿੱਛੇ ਜਿਹੇ ਇੱਕ ਜਥੇਦਾਰ ਨੇ ਵੀ ਬਿਆਨ ਦਿੱਤੇ, ਖੇਖਣ ਕਰਦੀਆਂ। ਜਿਨ੍ਹਾਂ ਪਰਿਵਾਰਾਂ ਦੇ ਚਿਰਾਗ ਬੁਝੇ ਉਹਨਾਂ ਨੂੰ ਪੁੱਛ ਕੇ ਵੇਖੋ, ਇਹ ਖੇਖਣ ਹੈ? ਜਦੋਂ ਉਹਨਾਂ ਦੇ ਸੰਸਕਾਰ ਕੀਤੇ ਗਏ, ਕਿੰਨਿਆਂ ਪੁਲਿਸ ਅਫਸਰਾਂ ਨੇ ਫੀਤੀਆਂ ਲਵਾਈਆਂ ਨੇ ਜੀ। ਕਿੰਨਿਆਂ ਪੁਲਿਸ ਅਫਸਰਾਂ ਨੇ ਆਪਣੇ ਸਟਾਰ ਵਧਾਉਣ ਲਈ ਕਿੰਨੇ ਮਾਵਾਂ ਦੇ ਪੁੱਤ ਮਾਰੇ ਨੇ। ਕੀ ਗੁਨਾਹ ਸੀ? ਕੋਈ ਡੇਅਰੀ ਦੁੱਧ ਪਾਉਣ ਗਿਆ, ਕੋਈ ਆਪਣੀ ਭੈਣ ਨੂੰ ਮਿਲਣ ਗਿਆ, ਰਾਹ 'ਚ ਮਾਰ ਕੇ ਉਹਨਾਂ ਨੂੰ ਤੇ ਆਪਣੇ ਅਹੁਦੇ ਵਧਾਏ ਗਏ। ਬੜਿਆਂ ਦੀਆਂ ਜ਼ਮੀਰਾਂ ਜਾਗੀਆਂ ਵੀ ਬਾਅਦ 'ਚ ਬਿਆਨ ਵੀ ਦਿੱਤੇ ਗਏ, ਹਾਂ ਇੱਦਾਂ ਹੋਇਆ, ਬੜਾ ਕੁਝ ਵਾਪਰਿਆ। ਕਦੀ ਸੋਚ ਕੇ ਵੇਖਿਓ, ਇਹ ਇੱਕਦਮ ਨਹੀਂ ਵਾਪਰਿਆ, ਇਹਦੇ ਪਿੱਛੇ ਪੂਰੀ ਪਲੈਨਿੰਗ ਕੀਤੀ ਗਈ ਸੀ। ਅਗਲਿਆਂ ਨੇ ਜਦੋਂ ਕਿਸੇ ਨੂੰ ਮਾਰਨਾ ਹੋਵੇ ਨਾ, ਉਹਨੂੰ ਮਾਰਨ ਦਾ ਬਹਾਨਾ ਵੀ ਚਾਹੀਦਾ। ਅਗਲਿਆਂ ਪਹਿਲਾਂ ਬਹਾਨੇ ਘੜੇ ਨੇ ਤਾਂ ਕਿ ਇਹਨਾਂ ਨੂੰ ਮਾਰਨਾ ਸਾਡੇ ਵਾਸਤੇ ਸੌਖਾ ਹੋ ਸਕੇ, ਤਾਂ ਕਿ ਇਹਨਾਂ ਨੂੰ ਕਤਲ ਕਰਨਾ ਸਾਡੇ ਵਾਸਤੇ ਸੌਖਾ। ਇੱਕ ਥਾਂ 'ਤੇ ਨੁਕਸਾਨ ਹੋਇਆ, ਤੁਸੀਂ ਦਿੱਲੀ ਵੇਖ ਲਓ, ਕਿੱਦਾਂ ਟਾਇਰਾਂ ਗਲ 'ਚ ਟਾਇਰ ਪਾ ਕੇ ਸਾੜੇ ਗਏ, ਕਿੱਦਾਂ ਧੀਆਂ ਦੀਆਂ ਇੱਟਾਂ ਲੁੱਟੀਆਂ ਗਈਆਂ, ਕਿੱਦਾਂ ਨੁਕਸਾਨ ਕੀਤਾ ਗਿਆ। ਇਹ ਮੈਂ ਬੰਗਲਾ ਸਾਹਿਬ ਬੋਲਿਆ ਸੀ, ਮੈਂ ਕਿਹਾ ਜਦੋਂ ਇਸ ਦੇਸ਼ ਦੀ ਕ੍ਰਿਕਟ ਦੀ ਟੀਮ ਜਿੱਤ ਕੇ ਆਉਂਦੀ ਹੈ ਨਾ, ਸਾਡੇ ਇੱਦਾਂ ਤਿਰੰਗਾ ਲੈ ਕੇ ਇੱਦਾਂ ਲਹਿਰਾਉਂਦੇ ਨੇ।
ਜਿਨ੍ਹਾਂ ਉਹਨਾਂ ਦੇ ਹੱਥਾਂ 'ਚ ਵੀ ਤਿਰੰਗੇ ਫੜੇ, ਜਿਨ੍ਹਾਂ ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਸੀ। ਭੁੱਲ ਗਏ ਅਸੀਂ ਸਾਰਾ ਕੁਝ। ਅਸੀਂ ਤਾਂ ਬੜੀ ਛੇਤੀ ਭੁੱਲ ਜਾਂਦੇ, ਸਭ ਕੁਝ ਸਾਨੂੰ ਵਿਸਾਰ ਦਿੱਤਾ ਜਾਂਦਾ। ਹੁਣ ਜੰਗ ਦਿਮਾਗ ਦੀ ਲੜਨ ਦੀ ਲੋੜ ਹੈ, ਇਸ ਨੀਤੀ ਨੂੰ ਸਮਝਣ ਦੀ ਲੋੜ ਹੈ। ਵਿਪਰ ਤੁਹਾਨੂੰ ਕਿੱਦਾਂ ਆਪਣੇ ਅਧੀਨ ਰੱਖ ਰਿਹਾ ਹੈ, ਕਦੀ ਬੋਦੀ ਧੋਤੀ ਦੇ ਰੂਪ 'ਚ, ਅੱਜ ਪੱਗਾਂ ਤੇ ਦਮਾਲਿਆਂ ਦੇ ਰੂਪ 'ਚ ਤੁਹਾਨੂੰ ਆਪਣੇ ਅਧੀਨ ਰੱਖਣਾ ਚਾਹੁੰਦਾ ਹੈ। ਉਹ ਵਿਪਰ ਪਛਾਣੋ ਜਿਹਨੂੰ ਤੁਹਾਡਾ ਨਿਆਰਾਪਨ ਪਸੰਦ ਨਹੀਂ। ਜਦੋਂ ਤੁਸੀਂ ਮਾੜੀ ਜੀ ਇਸ ਨਿਆਰੇਪਨ ਦੀ ਗੱਲ ਕਰ ਲੈਂਦੇ, ਨਾਲ ਹੀ ਤੁਹਾਨੂੰ ਦਬੋਚਣ ਦੀ ਗੱਲ ਕਰਦੇ ਆ, ਨਾਲ ਹੀ ਤੁਹਾਨੂੰ ਥੱਲੇ ਰੱਖਣ ਦੀ ਗੱਲ ਕਰਦੇ ਆ। ਗੁਰੂ ਸਾਹਿਬ ਨੇ ਜੋ ਵਿਚਾਰਧਾਰਾ, ਇੱਕ ਥਾਂ ਤੇ ਬੋਕਾਰੋ, ਚਾਸ, ਮੈਂ ਉਹਨਾਂ ਇਲਾਕਿਆਂ 'ਚ ਖੁਦ ਜਾ ਕੇ ਵੇਖਿਆ ਜਿੱਥੇ 2-2 ਮਹੀਨਿਆਂ ਦੇ ਬੱਚਿਆਂ ਨੂੰ ਕੁੱਕਰਾਂ 'ਚ ਪਾ ਕੇ ਉਹਨਾਂ ਦੀਆਂ ਸੀਟੀਆਂ ਮਰਾ ਦਿੱਤੀਆਂ ਸੀ। ਉਹ ਬੱਚੇ ਅੱਤਵਾਦੀ ਸਨ। ਮੈਂ ਐਸਾ ਨਹੀਂ ਕਹਿੰਦਾ ਸਾਰੇ ਹਿੰਦੂ ਭਰਾ ਗਲਤ ਸੀ, ਬਹੁਤੇ ਹਿੰਦੂ ਭਰਾਵਾਂ ਨੇ ਜਿਹੜੇ ਗੁਆਂਢੀ ਆਸ-ਪਾਸ ਵਸਦੇ ਸੀ, ਉਹਨਾਂ ਸਿੱਖਾਂ ਪਰਿਵਾਰਾਂ ਦੀਆਂ ਮਦਦਾਂ ਵੀ ਕੀਤੀਆਂ ਨੇ, ਹੈਲਪ ਵੀ ਕੀਤੀ ਉਹਨਾਂ ਦੀ ਉਹਨਾਂ ਸਮਿਆਂ 'ਤੇ। ਕਈ ਮੁਸਲਮਾਨ ਭਰਾਵਾਂ ਨੇ ਹੈਲਪ ਕੀਤੀ ਹੈ। ਸਾਰਿਆਂ ਨੂੰ ਆਪਾਂ ਇੱਕ ਰਸੇ ਨਹੀਂ ਬਣ ਸਕਦੇ, ਪਰ ਬੜਾ ਵੱਡਾ ਨੁਕਸਾਨ ਹੋਇਆ। 25,000 ਤੋਂ ਵੱਧ ਇੱਥੇ ਲਵਾਰਸ ਕਹਿ ਕੇ ਲਾਸ਼ਾਂ ਨੂੰ ਕਬਰਸਤਾਨਾਂ ਦੇ ਵਿੱਚ, ਮੜੀਆਂ ਦੇ ਵਿੱਚ ਉਹਨਾਂ ਦੇ ਸੰਸਕਾਰ ਕੀਤੇ ਗਏ ਨੇ। ਇੱਥੇ ਭਲਾ ਹੋਵੇ ਸਰਦਾਰ ਜਸਵੰਤ ਸਿੰਘ ਖਾਲੜਾ, ਉਸ ਯੋਧੇ ਦਾ ਜਿਹੜਾ 25,001 ਬਣ ਗਿਆ। ਕਦੀ ਉਹਦੀ ਸਪੀਚ ਸੁਣ ਕੇ ਵੇਖੋ, ਉਸ ਯੋਧੇ ਦੀ, ਉਹਦੇ ਲੈਕਚਰ ਸੁਣ ਕੇ ਵੇਖੋ। ਕਿ ਜਦੋਂ ਅਸੀਂ ਲੋਕਾਂ ਦੇ ਘਰਾਂ ਜਾਂਦੇ ਹਾਂ, ਮਾਵਾਂ ਪੁੱਛਦੀਆਂ ਨੇ ਵੀ ਸਰਦਾਰ ਜਸਵੰਤ ਸਿੰਘ ਸਾਨੂੰ ਇੰਨੇ ਦੱਸ ਦਿਓ, ਸਾਡਾ ਪੁੱਤ ਜਿਉਂਦਾ ਹੈ ਕਿ ਦੁਨੀਆ ਤੋਂ ਚਲਾ ਗਿਆ, ਉਹਦੇ ਨਾਂ ਦਾ ਕੋਈ ਪਾਠ ਤੇ ਰਖਾ ਛੱਡੀ ਗਏ। ਭੁਲਾ ਤੇ ਦੀਏ ਆਪਣੇ ਮਨ 'ਚੋਂ, ਅਸੀਂ ਤਾਂ ਡੀਕੀ ਜਾਂਦੀਆਂ। ਮਾਵਾਂ ਦੀਆਂ ਤੇ ਅੱਖਾਂ ਦੀਆਂ ਜੋਤ ਚਲੇ ਗਈ ਹੈ, ਉਡੀਕਦੀਆਂ ਦੀ ਵੀ ਸ਼ਾਇਦ ਹੁਣ ਪੁੱਤ ਆਇਆ, ਹੁਣ ਪੁੱਤ ਆਇਆ। ਸਰਦਾਰ ਜਸਵੰਤ ਸਿੰਘ ਖਾਲੜੇ ਨੇ ਪੱਟੀ, ਤਰਨਤਾਰਨ, ਮਜੀਠਾ, ਵੱਖ-ਵੱਖ ਇਲਾਕਿਆਂ ਦੇ ਸਾਰੇ ਰਿਕਾਰਡ ਕੱਢ ਕੇ ਵੀ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ, ਕਿੰਨੀ ਲੱਕੜ ਪਈ, ਕਿੱਦਾਂ ਸੰਸਕਾਰ ਹੋਇਆ, ਪੂਰਾ ਰਿਕਾਰਡ ਕੱਢ ਕੇ ਜਦੋਂ ਪੇਸ਼ ਕੀਤਾ। ਹੁਣ ਜਿਹੜੇ ਚਿਹਰੇ ਨੰਗੇ ਹੁੰਦੇ ਸੀ ਅਫਸਰਾਂ ਦੇ, ਉਹਨਾਂ ਬਥੇਰਾ ਕਿਹਾ ਵੀ ਠੱਲ ਜਾ, ਪਰ ਨਹੀਂ, 25,001 ਹੋ ਗਿਆ ਸਰਦਾਰ ਜਸਵੰਤ ਸਿੰਘ ਖਾਲੜਾ। ਵਿੱਦਿਆ ਤਾਂ ਉਹਨਾਂ ਵੀ ਪੜ੍ਹੀ ਸੀ, ਪੜ੍ਹੇ ਲਿਖੇ ਤੋਂ ਵੀ ਸੀ, ਉਹ ਵੀ ਪੜ੍ਹੇ ਲਿਖੇ ਨੇ ਜਿਹੜੇ ਅੱਜ ਲੀਡਰਾਂ ਦੀਆਂ ਜੁੱਤੀਆਂ ਚੜ੍ਹਦੇ ਪਏ ਨੇ। ਪਹਿਚਾਣੋ ਲਿਫਾਜ਼ੇ ਖਿਜ਼ਰ में जहाँ सैकड़े राजन भी फिरते हैं। ਇੱਥੇ ਅੱਜ ਧਰਮ ਦਾ ਬੁਰਕਾ ਪਾ ਕੇ ਬੜੇ ਤੁਰੇ ਫਿਰਦੇ ਜਿਹੜੇ ਪੰਥ ਦਾ ਨਾਂ ਲੈ ਕੇ ਸਾਨੂੰ ਗੁੰਮਰਾਹ ਕਰ ਰਹੇ ਨੇ। ਸਾਨੂੰ ਲੱਗਦਾ ਸਾਡੇ ਆਪਣੇ ਨੇ। ਇੱਥੇ ਲਿਖਿਆ, ਜਾਏ ਜਗਾਇਨ ਬੈਠੇ ਸੁੱਤੇ ਚਾਕਰ, ਨਹਿੰਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਰਤ ਪਿੱਤ, ਉਹ ਫਿਰ ਸਭ ਕੁਝ ਹੜੱਪ ਕਰ ਜਾਂਦੇ ਸੀ। ਐਲਕਾਰ ਜਾ ਕੇ, ਸਰਕਾਰੀ ਐਲਕਾਰ ਜਾ ਕੇ, ਕਿਉਂਕਿ ਪੜ੍ਹਾਇਆ ਅਗਲਿਆਂ ਨੇ ਸੀ, ਕੰਮ ਤੇ ਉਹਨਾਂ ਦਾ ਕਰਨਾ ਸੀ ਅਗਲਿਆਂ ਨੇ। ਹੁਣ ਇਹ ਗੱਲ ਭੁੱਲਣੀ ਨਹੀਂ। ਨਾਲ ਵੱਡੇ ਵੱਡੇ ਸ਼ਹੀਦਾਂ ਦੇ ਪਰਿਵਾਰ ਤੁਸੀਂ ਵੇਖ ਲਓ, ਆਸੇ ਪਾਸੇ ਜਿੱਥੇ ਬੈਠੇ ਹੋ, ਇਰਦ ਗਿਰਦ ਮਾਰੋ ਧਿਆਨ, ਜਿਨ੍ਹਾਂ ਦੇ ਕੌਮ 'ਚ ਕੋਈ ਇੱਕ ਅੱਧਾ ਸ਼ਹੀਦ ਹੋਇਆ, ਮੁੜ ਕੇ ਕੈਸ਼ ਨਹੀਂ ਕੀਤਾ ਅਗਲਿਆਂ ਨੇ। ਉਹਨਾਂ ਦੇ ਪਰਿਵਾਰ ਮੁੜ ਕੇ ਲੀਡਰਾਂ ਦੀਆਂ ਜੁੱਤੀਆਂ ਚੱਟ ਕੇ ਟਿਕਟਾਂ ਲੈਂਦੇ ਫਿਰਦੇ ਨੇ। ਅੱਜ ਆਤਮਾ ਨਾ ਕਰਲਾਉਂਦੀ ਹੋਏਗੀ ਵੀ ਹਾਂ ਕੰਮ ਕੀਤਾ ਤੁਸੀਂ। ਬੜੇ ਬੜੇ ਫੈਡਰੇਸ਼ਨਾਂ ਦੇ ਆਗੂ ਜਿਹੜੇ ਉਸ ਵਕਤ ਨਾਅਰੇ ਵਿੱਚ ਜਕਾਰੇ ਮਾਰਦੇ ਸੀ, ਅੱਜ ਤੁਹਾਨੂੰ ਗਲ 'ਚ ਗੋਟਾ ਪਾ ਕੇ ਕਾਲੀ ਮਾਤਾ ਦੀ ਜੈ ਕਰਦੇ ਦਿਸਦੇ ਨਹੀਂ। ਇਹ ਗੱਲਾਂ ਚੁੱਭਦੀਆਂ ਉਹਨਾਂ ਨੂੰ। ਉਹ ਕਹਿੰਦੇ ਇਹ ਗੱਲਾਂ ਨਾ ਬੋਲੋ ਭਾਈ। ਇਹ ਵਿਚਾਰਧਾਰਕ ਜੰਗ ਸੀ। ਇਹ 84 ਇੱਕੇ ਦਿਨ ਨਹੀਂ ਵਾਪਰ ਗਈ। ਇਹਦੇ ਪਿੱਛੇ ਪਿਛੋਕੜ ਪੜੋ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਚਾਹੇ ਉਹ 1947 ਦੀ ਗੱਲ ਹੈ, ਦੇਸ਼ ਦੇ ਵੰਡ ਦੀ ਗੱਲ ਹੈ, ਸੂਬਾ ਬਣਨ ਵੇਲੇ ਦੀ ਗੱਲ ਹੈ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੈ। ਇਹ ਸਾਰੀਆਂ ਗੱਲਾਂ ਜੋੜ ਕੇ ਵੇਖੋ, ਤੁਹਾਨੂੰ ਸਮਝ ਆ ਜਾਏਗੀ। ਪਰ ਕੱਲ੍ਹ ਸਮੱਸਿਆ ਫਿਰ ਉੱਥੇ ਆਉਂਦੀ ਹੈ। ਅੱਜ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਪੜ੍ਹਨ ਦੀ ਰੁਚੀ ਨਹੀਂ ਹੈ। ਗਾਣਿਆਂ ਵਾਲੇ ਬੰਨੇ ਲਾਤਾ। ਇੱਥੇ ਟੁੱਚਲ ਜਿਹਾ ਕਲਾਕਾਰ ਲੱਗਾ ਹੋਵੇ ਤੇ ਲੱਖਾਂ ਲੋਕ ਉਹਨੂੰ ਲਾਈਵ ਸੁਣ ਰਹੇ ਹੁੰਦੇ ਨੇ। ਚੁਟਕੀਆਂ ਮਾਰਨ ਲਾਤਾ ਉਹਨਾਂ ਨੌਜਵਾਨਾਂ ਨੂੰ। 4 ਦਿਨ ਗੁੱਸਾ ਨਾ ਮਨਾਇਓ ਨੌਜਵਾਨ ਵੀਰੋ, 4 ਦਿਨ DP ਲਾਉਣ ਨਾਲ ਅਕਾਲ ਤਖ਼ਤ ਦੀ ਗੱਲ ਨਹੀਂ ਬਣਨੀ। 4 ਦਿਨ ਨਾਅਰੇ ਮਾਰਨ ਲੱਗ ਕੇ ਗੱਲ ਨਹੀਂ ਬਣਨੀ। ਜਦੋਂ ਤੁਹਾਡੇ ਬੱਚਿਆਂ ਦੇ ਆਨੰਦ ਕਾਰਜ ਹੁੰਦੇ ਨੇ, ਉਦੋਂ ਗੰਦੇ ਤੋਂ ਗੰਦਾ ਕਲਾਕਾਰ ਗੰਦੇ ਗਾਣੇ ਗਾਉਂਦਾ ਆਣ ਕੇ। ਅਗਲਿਆਂ ਵੀ ਤੁਹਾਨੂੰ ਕੈਸ਼ ਕਰ ਲਿਆ ਵੀ ਠੀਕ ਹੈ, 4 ਦਿਨ ਆਣ ਕੇ ਨਾਅਰੇ ਮਾਰੋ। ਭੁੱਲ ਗਏ ਅਸੀਂ ਕੇਂਦਰ ਧੁਰਾ ਗੁਰਬਾਣੀ ਸੱਚ ਛੱਡ ਬੈਠੇ ਅਸੀਂ। ਗੁਰਬਾਣੀ ਦੀ ਵਿਚਾਰ ਨੂੰ ਮਨਫੀ ਕੀਤਾ ਜਾ ਰਿਹਾ ਸਾਡੇ ਵਿੱਚੋਂ। ਧਿਰ ਉਹ ਵੀ ਖਤਰਨਾਕ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਦੇਹਾਂ ਦੀ ਤਰ੍ਹਾਂ ਪੂਜਾ ਕਰਦੀ ਹੈ, ਅਤੇ ਧਿਰ ਉਹ ਵੀ ਖਤਰਨਾਕ ਹੈ ਜਿਹੜੀ ਕਹਿੰਦੀ ਗੁਰੂ ਗ੍ਰੰਥ ਸਾਹਿਬ 'ਚ ਹੈ ਕੀ ਹੈ। ਇਹ ਸ਼ਾਇਦ 84 ਨਾਲੋਂ ਵੀ ਖਤਰਨਾਕ ਹੋਣਗੇ। ਸਭ ਕੁਝ ਹੈ। ਕਿਸੇ ਗ੍ਰੰਥ ਬਦਲੇ ਸ਼ਹਾਦਤਾਂ ਨਹੀਂ ਦਿੱਤੀਆਂ ਜਾਂਦੀਆਂ, ਉਹਦੀ ਨਿਰਮਲ ਵਿਚਾਰਧਾਰਾ ਬਦਲੇ ਕੁਰਬਾਨੀਆਂ ਨਹੀਂ ਦਿੱਤੀਆਂ ਜਾਂਦੀਆਂ।
ਇਹ ਨਿਰਮਲ ਵਿਚਾਰਧਾਰਾ ਨੂੰ ਬਚਾਉਣ ਵਾਸਤੇ ਵੀ ਇਹੋ ਹੀ ਤੇ ਵਿਚਾਰਧਾਰਾ ਅਗਲੇ ਨੂੰ ਚੁੱਭਦੀ ਸੀ। ਇਹੋ ਤੇ ਵਿਚਾਰਧਾਰਾ ਇਨਕਲਾਬੀ ਗੱਲਾਂ ਜਦੋਂ ਗੁਰਦੇਵ ਜੀ ਇਹ ਸ਼ਬਦ ਉਚਾਰਨ ਕਰਦੇ ਆ ਵੀ ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ, ਭਰਮੇ ਭੂਲਾ ਸਾਕਤ ਫਿਰਤਾ ਨੀਰ ਬਰੋਲੇ, ਖੱਪ ਖੱਪ ਮਰਤਾ ਜਿਸ ਪਾਹਣ ਕੋ ਠਾਕੁਰ ਕਹਿਤਾ। ਅਗਲੇ ਦੇ ਪੈਰਾਂ ਥੱਲੇ ਜ਼ਮੀਨ ਨਹੀਂ ਸੀ ਖਿਸਕਦੀ ਵੀ ਮੈਂ ਇਸੇ ਪੱਥਰ ਦੇ ਆਸਰੇ ਸਾਰਾ ਕੁਝ ਕਰ ਰਿਹਾ। ਇਹ ਕਹਿੰਦਾ ਇਹ ਪੱਥਰ ਭਗਵਾਨ ਨਹੀਂ ਹੈ। ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਹਣ ਲੈ ਉਸ ਕੋ ਡੁਬਤਾ, ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਮ ਨਾ ਪਾਰ ਗਰਾਮੀ। ਕਿੱਥੇ ਬੈਠ ਗਏ ਅਸੀਂ? ਅੱਜ ਕਿੰਨਿਆਂ ਨੂੰ ਗੁਰਬਾਣੀ ਬਾਰੇ ਬੋਧ ਹੈ? ਪੜ੍ਹੋ, ਦੁਸ਼ਮਣ ਪਹਿਚਾਣੋ ਤੇ ਆਪਣਾ ਪਹਿਚਾਣੋ। ਅਸੀਂ ਆਪਣੇ ਤੇ ਦੁਸ਼ਮਣ ਦੀ ਅਜੇ ਤੱਕ ਪਹਿਚਾਣ ਨਹੀਂ ਕਰ ਪਾਏ। ਇਹ ਤਾਂ ਸੇਮ ਇੱਦਾਂ ਹੋ ਰਿਹਾ ਸੱਤਾ ਇਲੈਕਸ਼ਨ ਵਿੱਚ ਜਦੋਂ ਸੱਤਾ 'ਚ ਆਉਣਾ ਹੈ ਉਹ ਲੀਡਰ ਪਹਿਲਾਂ ਨਸ਼ਾ ਵੰਡਦੇ ਨੇ, ਉਹਦਾ ਹੀ ਵੰਡਿਆ ਹੋਇਆ ਨਸ਼ਾ ਜਦੋਂ ਪੀ ਕੇ ਨੌਜਵਾਨ ਮਰ ਜਾਂਦਾ ਉਹਦੇ ਭੋਗ 'ਤੇ ਫਿਰ ਕਹਿੰਦੇ ਨੇ ਪਤਾ ਨਹੀਂ ਨੌਜਵਾਨ ਪੀੜ੍ਹੀ ਨੂੰ ਕੀ ਹੋ ਗਿਆ। ਦੇਖਦੇ ਆ ਨਾ ਆਪਾਂ ਇਲੈਕਸ਼ਨ ਵੇਲੇ ਜਦੋਂ ਉਹੀ ਨਸ਼ਾ ਵੰਡਦਾ ਹੈ, ਉਹਦੇ ਵੰਡੇ ਹੋਏ ਨਸ਼ੇ ਨੂੰ ਪੀ ਕੇ ਕੋਈ ਨੌਜਵਾਨ ਦੀ ਡੈਥ ਹੋ ਜਾਂਦੀ ਹੈ, ਲੀਡਰ ਸਾਹਿਬ ਆਣ ਕੇ ਭਾਸ਼ਣ ਦਿੰਦੇ ਨੇ ਪਤਾ ਨਹੀਂ ਸਾਡੀ ਪੀੜ੍ਹੀ ਨੂੰ ਕੀ ਹੋ ਗਿਆ। ਇੱਕ ਵੀ ਉੱਥੇ ਜੀਂਦੀ ਜ਼ਮੀਰ ਵਾਲਾ ਨਹੀਂ ਕਹਿੰਦਾ ਕੁਝ ਨਹੀਂ ਹੋਇਆ ਜੀ, ਤੁਸੀਂ ਕਾਤਲ ਜੇ ਦੇ, ਤੁਸੀਂ ਨਾ ਵੰਡਦੇ ਇਹ ਨਾ ਮਰਦਾ। ਤੁਸੀਂ ਪੁਲਿਸ ਅਫਸਰਾਂ ਨੂੰ ਖੁੱਲ੍ਹ ਦਿੱਤੀ ਹੁੰਦੀ ਨਸ਼ੇ ਅੱਜ ਬੰਦ ਹੋ ਜਾਂਦੇ, ਹੋ ਸਕਦੇ ਆ। ਮੈਂ ਇੱਕ ਬੇਨਤੀ ਧਿਆਨ ਨਾਲ ਸੁਣਿਓ ਕਰਨ ਲੱਗਾ। ਕਿਸਾਨ ਅੱਜ 10 ਜੂਨ ਤੋਂ ਪਹਿਲਾਂ ਜਿਹੜਾ ਆਪਣੇ ਖੇਤਾਂ 'ਚ ਪਾਣੀ ਛੱਡਦਾ ਹੈ ਨਾ, ਉਹਦੇ ਖੇਤਾਂ 'ਚ ਟਰੈਕਟਰ ਜਾ ਕੇ ਫੇਰ ਦਿੱਤਾ ਜਾਂਦਾ ਹੈ। ਜੇ 2-4 ਕਿਸਾਨਾਂ ਨੇ ਛੱਡਿਆ ਵੀ ਹੋਵੇ ਤੇ ਨਾਲ ਐਗਰੀਕਲਚਰ ਵਾਲੇ ਪੁਲਿਸ ਨੂੰ ਨਾਲ ਜਾ ਕੇ ਉਹਦੀ ਪੈਲੀ ਵਾਹ ਆਉਂਦੇ ਆ ਤੇ ਹਰ ਕਿਸਾਨ 10 ਜੂਨ ਨੂੰ ਪਾਣੀ ਛੱਡਦਾ, 10 ਜੂਨ ਤੋਂ ਬਾਅਦ 'ਚ ਪਾਣੀ ਛੱਡਦਾ। ਇਹਦਾ ਅਰਥ ਇਹ ਹੈ ਵੀ ਜੇ ਸਰਕਾਰ ਚਾਹਵੇ, ਸਰਕਾਰ ਨੇ ਇੱਕ ਸੂਤਰ 'ਚ ਸਾਰਿਆਂ ਕਿਸਾਨਾਂ ਨੂੰ ਪਰੋਤਾ 10 ਜੂਨ ਤੋਂ ਪਹਿਲਾਂ ਕੋਈ ਪਾਣੀ ਨਹੀਂ ਛੱਡਦਾ। ਤੇ ਇਹ ਤੋਂ ਸਮਝ ਆਉਂਦੀ ਹੈ ਜੇ ਸਰਕਾਰਾਂ ਚਾਹੁਣ ਵੀ ਨਸ਼ਾ ਅਸੀਂ ਬੰਦ ਕਰਨ, ਹੋ ਨਹੀਂ ਸਕਦਾ। ਕਈ ਪੁਲਿਸ ਅਫਸਰ ਚਾਹੁੰਦੇ ਵੀ ਇਹ ਨਸ਼ਾ ਬੰਦ ਕਰੀਏ, ਪਰ ਕਹਿੰਦੇ ਕਰੀਏ ਕੀ ਜੀ, ਪਿੱਛੋਂ ਲੀਡਰ ਸਾਹਿਬ ਦਾ ਫੋਨ ਆ ਜਾਣਾ, ਜਿਹੜਾ ਨਸ਼ੇ ਵਾਲਾ ਫੜ ਕੇ ਲਿਆਉਣਾ ਉਹਨਾਂ ਕਹਿਣਾ ਬੰਦਾ ਆਪਣਾ, ਇਹਨੂੰ ਤੇ ਫੰਡ ਦਿੱਤਾ ਇਲੈਕਸ਼ਨ ਦੇ ਵਿੱਚ। ਸਰਕਾਰ ਕੋਈ ਵੀ ਹੋਵੇ, ਕੋਈ ਵੀ ਹੋਵੇ, ਪਹਿਚਾਣ ਕਰੋ। ਫਿਰ ਵੀ ਸਿਰ ਝੁਕਦਾ ਜਿਹੜੇ ਉਸ ਵਕਤ ਦੇ ਹਮਲੇ ਵੇਲੇ ਜਿਨ੍ਹਾਂ ਅਸਤੀਫੇ ਦੇ ਦਿੱਤੇ ਸੀ। ਭਗਤ ਪੂਰਨ ਸਿੰਘ ਦਾ ਨਾਂ ਲੈਂਦਿਆਂ ਮਾਣ ਨਾਲ ਸਿਰ ਨਹੀਂ ਉੱਚਾ ਹੁੰਦਾ। ਇਹਨੂੰ ਪਦਮ ਸ਼੍ਰੀ ਦਾ ਅਵਾਰਡ ਦਿੱਤਾ ਸੀ ਤੇ ਉਹ ਵਾਪਸ ਕਰਤਾ ਸਰਕਾਰ ਨੂੰ। ਕਹਿੰਦਾ ਜਿਸ ਧਿਰ ਨੇ ਸਾਡੇ ਧਾਰਮਿਕ ਅਸਥਾਨ 'ਤੇ ਹਮਲਾ ਕੀਤਾ ਮੈਂ ਉਹਨਾਂ ਕੋਲੋਂ ਅਵਾਰਡ ਨਹੀਂ ਲੈ ਸਕਦਾ। ਕਈ ਉਸ ਵਕਤ ਦੇ ਲੀਡਰਾਂ ਨੇ ਵੀ ਅਸਤੀਫੇ ਦਿੱਤੇ ਸੀ। ਥੋੜ੍ਹਾ ਬਹੁਤਾ ਉਹਨਾਂ ਨੇ ਵੀ ਆਪਣਾ ਉਹ ਪੱਖ ਪੇਸ਼ ਕੀਤਾ, ਉਹਨਾਂ ਨੇ ਵੀ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦਿੱਤਾ। ਤੇ ਉਹ ਵੀ ਹੋਣਗੇ ਜਿਹੜੇ ਆਪਣੇ ਭਰਾਵਾਂ ਦੀਆਂ ਲਾਸ਼ਾਂ 'ਤੇ ਪੈਰ ਰੱਖ ਕੇ ਅੱਜ ਲੀਡਰਾਂ ਦੀਆਂ ਜੁੱਤੀਆਂ ਚੜ੍ਹਦੇ ਪਏ ਨੇ ਤੇ ਕਹਿਣਗੇ ਅਸੀਂ ਸੰਪਰਦਾਈਆਂ, ਇਹ ਧੁਰ ਤੋਂ ਚੱਲੀ ਹੋਈ ਹੈ, ਗੁਰੂ ਸਾਹਿਬ ਤੋਂ ਚੱਲੀ ਹੋਈ ਹੈ। ਕਿਆ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ। ਕਦੋਂ ਸਿੱਖ ਜਾਗੇਗਾ, ਕਦੋਂ ਸਿੱਖ ਨੂੰ ਇਸ ਗੱਲ ਦੀ ਸਮਝ ਆਏਗੀ? ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ, ਗੱਲ ਵਿਚਾਰਧਾਰਾ ਦੀ ਸੀ ਅਗਲਿਆਂ ਨੂੰ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਤੇ ਜੇ ਲਖਪਤ ਰਾਏ ਨੇ ਖੂਹਾਂ 'ਚ ਸਟਾਏ, 84 'ਚ ਕੀ ਕੁਝ ਹੋਇਆ, ਔਰ ਅਗਲੇ ਨੂੰ ਪਤਾ ਸੀ ਇਹੋ ਹੀ ਉਹ ਗ੍ਰੰਥ ਹੈ ਜਿਹਨੂੰ ਪੜ੍ਹ ਕੇ ਇਹਨਾਂ 'ਚ ਨਿਰਮਲ ਵਿਚਾਰਧਾਰਾ ਆਉਂਦੀ ਹੈ। ਬੇਅਦਬੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਨਾ ਮੰਨਣਾ ਹੈ, ਨਾ ਮੰਨਣਾ ਹੈ, ਜਿਹੜਾ ਅੱਜ ਅਸੀਂ ਆਪਣੇ ਘਰਾਂ 'ਚੋਂ ਕੱਢ ਬੈਠੇ ਹਾਂ ਬਾਹਰ। ਮੈਂ ਫਿਰ ਦੁਬਾਰਾ ਗੱਲ ਦੁਹਰਾ ਦਿੰਦਾ ਕਿ ਪੰਜਾਬ ਦੀ ਧਰਤੀ 'ਤੇ ਕਿੰਨਿਆਂ ਗੁਰਦੁਆਰਿਆਂ ਦਾ ਨੁਕਸਾਨ ਕੀਤਾ ਗਿਆ। ਡੇਰੇ ਕਿਹੜੇ ਦਾ ਨੁਕਸਾਨ ਹੋਇਆ ਉਹ ਵੀ ਜ਼ਰੂਰ ਦੱਸਿਓ। ਕਿਹੜੇ ਡੇਰੇ 'ਤੇ ਗੋਲੀ ਚੱਲੀ ਇਹ ਵੀ ਦੱਸਿਓ। ਅਗਲੇ ਨੂੰ ਪਤਾ ਸੀ ਡੇਰੇ 'ਤੇ ਕੰਮ ਹੀ ਸਾਡਾ ਕਰ ਰਹੇ ਨੇ। ਕੋਈ ਵੀ ਡੇਰਾ ਹੋਵੇ, ਭਾਵੇਂ ਮਾਝੇ ਦੇ ਡੇਰੇ ਹੋਣ, ਭਾਵੇਂ ਮਾਲਵੇ ਦੇ ਹੋਣ ਤੇ ਭਾਵੇਂ ਦੁਆਬੇ ਦੇ ਹੋਣ, ਡੇਰੇ 'ਤੇ ਕੰਮ ਹੀ ਸਾਡਾ ਕਰ ਰਹੇ ਨੇ। ਅਗਲੇ ਨੂੰ ਪਤਾ ਸੀ। ਜਿਹੜੇ ਸ਼ਖਸੀ ਪੂਜਾ ਸਾਡੇ 'ਚ ਫੜਾ ਰਹੇ ਨੇ, ਜਿਹੜੇ ਸੰਪਰਦਾਵਾਂ ਡੇਰੇ ਇਹ ਕਹਿੰਦੇ ਹੁਣ ਅਸੀਂ ਲਵ ਕੁਸ਼ ਤੋਂ ਚੱਲੇ, ਉਹਨਾਂ ਨੂੰ ਖਤਮ ਕਰਕੇ ਅਗਲੇ ਲੈਣਾ ਕੀ ਸੀ ਭਲਾ? ਜਿਹੜੇ ਕਹਿੰਦੇ ਹੁਣ ਪੰਜਾਂ ਪਿਆਰਿਆਂ ਦੇ ਜਿਹੜੇ ਅਵਤਾਰ ਆ ਉਹ ਫਲਾਣੇ ਭਗਤ ਨੇ, ਭਗਤਾਂ ਦੇ ਅਵਤਾਰ ਨੇ 5 ਪਿਆਰੇ, ਉਹਨਾਂ ਨੂੰ ਅਗਲਿਆਂ ਨੇ ਖਤਮ ਕਰਕੇ ਕੀ ਲੈਣਾ? ਉਗਦੇ ਤੇ ਕੰਮ ਸਾਡਾ ਕਰ ਰਹੇ ਨੇ। ਜਿਹੜੇ ਵਿਪਰਵਾਦ ਦਾ ਬੜਾਵਾ ਕਰ ਰਹੇ ਹੁਣ, ਵਿਪਰਵਾਦ ਦੀ ਇੱਥੇ ਉਹਨਾਂ ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਜਿਹੜੇ ਪੰਡਤ ਕੋਲੋਂ ਨਾਰੀਅਲ ਨੂੰ ਹੱਥ ਲਵਾ ਕੇ ਦਰਿਆਵਾਂ ਸੁੱਟਦੇ ਹੋਣ। ਇੱਥੇ ਚੱਲ ਗਈ ਸਾਡੀ ਕੌਮ। ਫਿਰ ਗੱਲ ਦੁਹਰਾਵਾਂ ਕਿ ਜਿਹੜੇ ਉਹ ਧਰਮੀ ਫੌਜੀ ਜਿਹੜੇ ਨੌਕਰੀਆਂ ਛੱਡ ਕੇ ਆ ਗਏ, ਸਾਡੀ ਕੌਮ ਦਾ ਫਰਜ਼ ਬਣਦਾ ਸੀ ਕੁਝ ਨਾ ਕੁਝ ਉਹਨਾਂ ਦੇ ਨਾਲ ਖਲੋਣ ਦੀ ਕੋਸ਼ਿਸ਼ ਕਰਦੇ, ਪਰ ਅਸੀਂ ਸਾਧਾਂ ਦੀਆਂ ਬਰਸੀਆਂ ਮਨਾ ਛੱਡੀਆਂ। ਵੇਲੜਾਂ ਦੇ ਗਾੜੀ ਅਸੀਂ ਮੱਥੇ ਟੇਕੇ, ਵੇਲੜਾਂ ਦੇ ਨਮਸਕਾਰਾਂ ਕਰਨ ਦੀਆਂ ਲੈਣਾ ਲਾ ਛੱਡੀਆਂ ਇੱਥੇ।
ਲੈਣ ਨਾਲ ਛੱਡੀ। ਆ ਇੱਕ ਪ੍ਰਚਾਰ ਦੀ ਮੈਂ ਕਥਾ ਸੁਣ ਰਿਹਾ ਸੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੀਟਿੰਗ ਕੀਤੀ ਅਕਾਲ ਤਖਤ 'ਤੇ ਹਮਲਾ ਕਰਾਉਣ ਲਈ। ਫਿਰ ਤੁਸੀਂ ਕਿਉਂ ਕਿਉਂ ਉਹਨਾਂ ਦੀਆਂ ਸੰਪਰਦਾਵਾਂ ਦਿਨ ਮਨਾਈ ਜਾਂਦੀਆਂ। ਵੇਖੋ ਜੀ, ਸਾਡਾ ਐਡਾ ਵੱਡਾ ਸਰਕਾਰ ਨੇ ਨੁਕਸਾਨ ਕਰਤਾ, ਨੱਥ ਪਾਓ ਫਿਰ ਇਹੋ ਜਿਹੇ ਪ੍ਰਚਾਰਕਾਂ ਨੂੰ, ਪੁੱਛੋ ਇਹਨਾਂ ਨੂੰ, ਰੋਕ ਕੇ ਰੱਖੋ ਵੀ ਕਿਹੜੀ ਬਿਆਨਬਾਜ਼ੀ ਕਰੀ ਜਾਂਦਾ ਬਈ। ਤੁਹਾਨੂੰ ਪਤਾ ਉਹ ਮੰਨਿਆ ਪ੍ਰਮੰਨਿਆ ਪ੍ਰਚਾਰਕ ਹੈ। ਉਹ ਕੀ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਬਾ ਜਰਨੈਲ ਸਿੰਘ ਨਾਲ ਮੀਟਿੰਗ ਹੋਈ, ਬਥੇਰੇ ਹੱਥ ਜੋੜੇ ਬਾਬਾ ਜਰਨੈਲ ਸਿੰਘ ਨਾ ਹੋਵੇ ਅਕਾਲ ਤਖਤ 'ਤੇ ਹਮਲਾ। ਉਹਨੇ ਕਿਹਾ ਨਹੀਂ ਜੀ, ਇਹ ਇੰਨਾ ਲੰਬਾ ਟਾਈਮ ਵੀ ਟਕਸਾਲ ਲੱਗ ਕੇ ਪ੍ਰਚਾਰ ਨਹੀਂ ਕਰ ਸਕਦੀ ਜਿੰਨਾ ਅਕਾਲ ਤਖਤ ਦੇ ਹਮਲੇ ਨਾਲ। ਇਹਦਾ ਮਤਲਬ ਅਕਾਲ ਤਖਤ 'ਤੇ ਹਮਲੇ ਦਾ ਪ੍ਰਚਾਰ ਦਾ ਸੰਬੰਧ ਟਕਸਾਲ ਦੇ ਪ੍ਰਚਾਰ ਨਾਲ ਹੈ। ਕਿਆ ਤਮਾਸ਼ਾ ਹੈ। ਕਿੰਨੇ ਲੀਡਰ, ਕਿੰਨੀਆਂ ਸੰਪਰਦਾਵਾਂ ਇਹ ਬਿਆਨ ਦੇਣਗੀਆਂ ਜੀ ਇਹ ਜੋ ਬੋਲਿਆ ਗਿਆ ਗਲਤ ਬੋਲਿਆ ਗਿਆ, ਇਹ ਪ੍ਰਚਾਰ ਦੀ ਇਸ ਗੱਲ ਨਾਲ ਅਸੀਂ ਸਹਿਮਤ ਨਹੀਂ ਹੈਗੇ। ਕਿੰਨਿਆਂ ਨੇ ਬਿਆਨ ਦਿੱਤਾ, ਉਹ ਰਿਕਾਰਡ ਕਰਕੇ ਜ਼ਰੂਰ ਪਾਇਓ। ਜੇ ਉਹ ਅਗਲੇ ਵਿਰੋਧੀ ਕਹਿਣ ਵੀ ਆਹ ਤਾਂ ਕੰਮ ਹੀ ਬੜਾ ਵਧੀਆ ਹੈ, ਜੇ ਕਰਵਾਇਆ ਹੀ ਗੁਰੂ ਗੋਬਿੰਦ ਸਿੰਘ ਨੇ ਖੁਦ ਹੈ, ਫਿਰ ਜੇ ਗੁਰੂ ਗੋਬਿੰਦ ਸਿੰਘ ਨੇ ਖੁਦ ਹਮਲਾ ਕਰਾਇਆ ਤੇ ਜਿਹੜੇ ਉਹ ਬੱਚੇ ਸ਼ਹੀਦ ਕੀਤੇ ਗਏ ਨੇ, ਫਿਰ ਉਹਦਾ ਜ਼ਿੰਮੇਵਾਰ ਕੌਣ ਹੋਇਆ? ਜਿਹੜੀ ਆਰਮੀ, ਜਿਹੜੇ ਧਰਮੀ ਫੌਜੀ ਛੱਡ ਕੇ ਆ ਗਏ ਵਿਚਾਰੇ ਸਾਰੇ, ਉਹ ਕਹਿਣਗੇ ਫਿਰ ਅਸੀਂ ਤੇ ਇਸ ਭੇਤ ਨੂੰ ਸਮਝ ਹੀ ਨਾ ਸਕੇ ਕਿ ਸਾਰਾ ਕੁਝ ਤੇ ਗੁਰੂ ਗੋਬਿੰਦ ਸਿੰਘ ਨੇ ਕਰਾਇਆ। ਤੁਸੀਂ ਵੇਖਦੇ ਹੋ ਇੰਟਰਨੈਟ 'ਤੇ ਘੁੰਮ ਰਹੀ ਹੋ ਵੀਡੀਓ, ਪਤਾ ਵੀ ਹੈ ਤੁਹਾਨੂੰ ਕਿਹੜੇ ਪ੍ਰਚਾਰਕ ਦਾ ਨਾਂ ਲੈਣਾ ਜ਼ਰੂਰੀ ਨਹੀਂ ਅੱਜ ਕੱਲ੍ਹ, ਤੇ ਪਤਾ ਸਰ ਪਿੱਟ ਸਿਆਪਾ ਪੈ ਜਾਂਦਾ ਉਸੇ ਵੇਲੇ। ਸੁਣ ਲਓ, ਤੁਸੀਂ ਪਤਾ ਹੀ ਹੈ। ਉਹ ਇੱਦਾਂ ਦੀਆਂ ਸਾਖੀਆਂ ਸੁਣਾਉਂਦੇ ਆ, ਕਹਾਣੀਆਂ ਬਣਾ ਕੇ ਗਪੌੜ ਸੁਣੀ ਜਾਂਦੇ ਅਗਲੇ ਉੱਦਾਂ ਅੱਗੇ ਬੈਠੇ। ਅਗਲੇ ਨੂੰ ਤੁਸੀਂ ਦੋਸ਼ੀ, ਇੱਥੇ ਤੇ ਇੱਦਾਂ ਦੀਆਂ ਸਾਖੀਆਂ ਬਣਾ ਕੇ ਪ੍ਰਚਾਰੀਆਂ ਕਿ ਭਾਈ ਮਨੀ ਸਿੰਘ ਦਾ ਬੰਦ ਤਾਂ ਕੱਟਿਆ ਗਿਆ ਸੀ ਕਿ ਉਹਨੇ ਬਾਣੀ ਦੀਆਂ ਪੋਥੀਆਂ ਵੱਖਰੀਆਂ ਕਰਤੀਆਂ, ਤੇ ਫਿਰ ਭਾਈ ਮਨੀ ਸਿੰਘ ਨੂੰ ਦੁਸ਼ਮਣ ਸ਼ਹੀਦ ਕਰਨ ਵਾਲੇ ਤੇ ਬਰੀ ਹੋ ਗਏ ਨਾ। ਇਹ ਤਾਂ ਗੁਰੂ ਸਾਹਿਬ ਨੇ ਸਰਾਪ ਦਿੱਤਾ ਸੀ ਵੀ ਜਿਵੇਂ ਤੂੰ ਬਾਣੀ ਦੀਆਂ ਪੋਥੀਆਂ ਵੱਖਰੀਆਂ ਕੀਤੀਆਂ, ਤੇਰੇ ਇੱਦਾਂ ਅਸੀਂ ਅੰਗ ਵੱਖਰੇ ਕਰ ਦੇਣੇ ਨੇ, ਦੁਸ਼ਮਣ ਕੋਲੋਂ ਕਰਾ ਦਿੱਤੇ। ਇਹ ਕਿਹੜੀਆਂ ਧਿਰਾਂ ਨੇ ਜੀ ਜਿਹੜੀਆਂ ਵਿਪਰ ਦੇ ਹੱਕ ਵਿੱਚ ਖਲੋਂਦੀਆਂ ਨੇ? ਗੁਨਾਹ ਕਰਕੇ ਵੀ ਉਹ ਕਹਿੰਦੇ ਤੁਹਾਡੇ ਵਿੱਚ ਹੀ ਇੱਦਾਂ ਦੀ ਧਿਰ ਅਸੀਂ ਪੈਦਾ ਕਰ ਦੇਵਾਂਗੇ ਜਿਹੜੇ ਸਾਨੂੰ ਬਰੀ ਕਰ ਦੇਣਗੀਆਂ। ਸੁਣ ਰਹੇ ਤੁਸੀਂ, ਇੱਦਾਂ ਦੀਆਂ ਕਹਾਣੀਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ। ਉਹ ਗੁਰੂ ਕੇ ਸਿੱਖੋ, ਉਹ ਨੌਜਵਾਨ ਭਰਾਵੋ, ਤੁਹਾਡੇ ਘੜੀ ਹੱਥ ਜੋੜ ਕੇ ਤਰਲਾ ਹੈ, ਜੇ ਸੱਚੀ ਅੰਦਰ ਦਰਦ ਹੈ ਨਾ, ਆਹ ਸਮਾਂ ਸਿਰ ਦੇਣ ਨਾਲੋਂ ਸਿਰ ਦੀ ਵਰਤੋਂ ਕਰਨ ਦੀ ਲੋੜ ਹੈ। ਧੱਕੇ ਨਾਲ ਕਬਰਾਂ ਤੋਂ ਸਰੂਪ ਚੱਕਣ ਨਾਲ ਕੁਝ ਨਹੀਂ ਹੋਣਾ। ਇੱਥੇ ਬਣੀ ਕਬਰ ਢਾਉਣੀ ਪੈਣੀ ਹੈ। ਇੱਥੇ ਜਦੋਂ ਇੱਥੇ ਬਣੀ ਕਬਰ ਢਹਿ ਗਈ ਨਾ, ਭਾਈ ਮੰਝ ਦੇ ਇੱਥੇ ਬਣੀ ਕਬਰ ਢਾਤੀ ਸੀ, ਘਰ ਵਾਲੀ ਕਬਰ ਉਹਨੇ ਜਾ ਕੇ ਆਪੇ ਢਾਤੀ ਸੀ, ਕੋਈ ਕਈ ਲੈ ਕੇ ਨਹੀਂ ਸੀ ਗਿਆ ਸੀ ਉਹਦੇ ਘਰ ਢਾਉਣ। ਜੇ ਧੱਕੇ ਨਾਲ ਕੋਈ ਜਾ ਕੇ ਉਹਦੇ ਘਰੋਂ ਕਬਰ ਢਾਉਂਦਾ ਤੇ ਅਜੇ ਕਬਰ ਢਾਉਣ ਵਾਲੇ ਘਰੋਂ ਬਾਹਰ ਨਿਕਲਣਾ ਸੀ, ਉਹਨੇ ਸ਼ਾਮ ਨੂੰ ਫੇਰ ਇੱਕ ਇੱਟ ਦੇ ਉੱਤੇ ਦੀਵਾ ਜਗਾ ਦੇਣਾ ਸੀ। ਇਹ ਕਹਿਣਾ ਸੀ ਬਾਬਾ ਜੀ ਇਹ ਤੁਹਾਡੀ ਰਹਿਮਤ ਨੂੰ ਨਹੀਂ ਜਾਣ ਸਕੇ, ਇਹ ਤੁਹਾਡੀ ਸ਼ਕਤੀ ਦਾ ਇਹਨਾਂ ਨੂੰ ਨਹੀਂ ਪਤਾ, ਇਹਨਾਂ ਦੀ ਗਲਤੀ ਦੀ ਮਾਫੀ ਅਸੀਂ ਮੰਗਦੇ ਹਾਂ। ਹੁਣ ਬਾਹਰ ਦੀ ਕਬਰ ਢਾਈ ਕੀ ਕਰੋਗੇ ਜੇ ਅੰਦਰ ਕਬਰ ਬਣੀ ਹੈ? ਤੇ ਬਾਹਰ ਦੀਆਂ ਇਮਾਰਤਾਂ ਤੇ ਫਿਰ ਬਣ ਗਈਆਂ, ਬਣਾਈਆਂ ਵੀ ਨੇ ਅਗਲਿਆਂ ਨੇ, ਆਪਣੇ ਬਾਬੇ ਖੜੇ ਕਰਕੇ ਰਾਤੋਂ ਰਾਤ ਸੋਨਾ ਨਹੀਂ ਰਵਾਇਆ। ਅਗਲੇ ਨੂੰ ਪਤਾ ਸੀ ਜੇ ਜਲਿਆਂਵਾਲੇ 1919 ਜਲਿਆਂਵਾਲਾ ਸਾਕਾ ਵਾਪਰਿਆ ਸੀ, ਉਹ ਕਾਂਡ ਸਾਰਾ ਜਿਹੜਾ ਸੀ ਜਲਿਆਂਵਾਲਾ 1919 ਦੇ ਵਿੱਚ ਵਾਪਰਿਆ ਸੀ। ਜੇ ਉਹਦੇ ਨਿਸ਼ਾਨ ਅਜੇ ਤੱਕ ਸਾਂਭ ਕੇ ਰੱਖੇ ਜਾ ਸਕਦੇ, ਦਰਬਾਰ ਸਾਹਿਬ ਦੇ ਵੀ ਸਾਂਭੇ ਜਾ ਸਕਦੇ ਸੀ, 2-4 ਹੀ ਸਾਂਭੇ ਜਾ ਸਕਦੇ, ਤਾਂ ਕਿ ਇਸ ਪੀੜ੍ਹੀ ਨੂੰ ਪਤਾ ਲੱਗਦਾ ਕਿ ਸਾਡੇ ਨਾਲ ਕਦੀ ਇੱਦਾਂ ਕੁਝ ਹੋਇਆ ਹੈ। ਅਗਲਿਆਂ ਰਾਤੋਂ ਰਾਤ ਹੀ ਆਪਣੇ ਸਰਕਾਰੀ ਸੰਤਾਂ ਕੋਲੋਂ ਰਾਤੋਂ ਰਾਤ ਹੀ ਸੇਵਾ ਕਰਾ ਛੱਡੀ। ਉਹ ਗੁਰੂ ਕੇ ਸਿੱਖੋ, ਪਹਿਚਾਣੋ ਉਹਨਾਂ ਨੂੰ ਜਿਹੜੇ ਦੁਸ਼ਮਣ ਦੀ ਉਸ ਹਰਕਤ ਨਾਲ ਖੁਸ਼ ਸੀ ਤੇ ਅੱਜ ਫਿਰ ਤੁਹਾਡੇ ਜੇ ਲੀਡਰ ਬਣ ਕੇ ਘੁੰਮ ਰਹੇ ਨੇ। ਸੇਮ ਉੱਦਾਂ ਹੀ ਆਪੇ ਯਾਰ ਦੇਣਾ, ਜਦੋਂ ਮਰ ਜਾਣਾ ਫਿਰ ਅਫਸੋਸ ਪ੍ਰਗਟ ਕਰਨਾ। ਇੱਕੇ ਦਿਨ ਨਹੀਂ ਵਾਪਰ ਗਿਆ, ਇਹਦੇ ਪਿੱਛੇ ਪੂਰੀ ਪਲੈਨਿੰਗ ਸੀ। ਗੁਰੂ ਨਾਨਕ ਸਾਹਿਬ ਤੋਂ ਤੁਰੋਗੇ, ਇਹ ਨਿਰਮਲ ਵਿਚਾਰਧਾਰਾ ਦੀ ਗੱਲ ਸੀ। ਜਿਹੜੀ ਨਿਰਮਲ ਵਿਚਾਰਧਾਰਾ ਪਸੰਦ ਨਹੀਂ ਸੀ, ਅਗਲਿਆਂ ਨੂੰ ਦਬਾਉਣਾ ਚਾਹੁੰਦੇ ਸੀ, ਨਹੀਂ ਦੱਬੀ। ਸਿੰਘ ਸਭਾ ਲਹਿਰ ਜਦੋਂ ਚੱਲਦੀ ਹੈ, ਕੌਣ ਵਿਰੋਧ ਕਰਦੇ ਨੇ? ਬਾਬਾ ਖੇਮ ਸਿੰਘ ਬੇਦੀ ਹੁਣੀ ਕੌਣ ਨੇ? 2 ਸਿੰਘ ਸਭਾ ਲਹਿਰਾਂ ਚੱਲਦੀਆਂ ਨੇ, ਇੱਕ ਲਾਹੌਰ ਵਾਲੀ, ਇੱਕ ਅੰਮ੍ਰਿਤਸਰ ਵਾਲੀ। ਲਾਹੌਰ ਵਾਲੀ ਸਿਰ ਚੁੱਕ ਕੇ ਤੁਰਦੀ ਹੈ, ਅੰਮ੍ਰਿਤਸਰ ਵਾਲੀ ਸਿੰਘ ਸਭਾ ਲਹਿਰ ਕਿੱਥੇ ਖਲੋਤੀ ਹੈ? ਬਾਬਾ ਖੇਮ ਸਿੰਘ ਬੇਦੀ ਹੋਣਾ ਦੇ ਗਦੇਲੇ ਚੁੱਕ ਕੇ ਦਰਬਾਰ ਸਾਹਿਬ ਦੇ ਸਰੋਵਰ 'ਚ ਕਿੰਨਾ ਸੁੱਟੇ ਸੀ? ਪ੍ਰੋਫੈਸਰ ਗੁਰਮੁਖ ਸਿੰਘ ਹੋਣਾ। ਦਇਆਨੰਦ ਆਰੀਆ ਸਮਾਜੀ ਕੌਣ ਸੀ? ਕਦੀ ਸੋਚ ਕੇ ਵੇਖੋ ਕਿਹੜੀ ਧਿਰ ਹੈ ਜਿਨ੍ਹਾਂ ਨੂੰ ਤੁਹਾਡੀ ਨਿਰਮਲ ਵਿਚਾਰਧਾਰਾ ਪਸੰਦ ਨਹੀਂ ਹੈ, ਜਿਹੜੇ ਸ਼ੁਰੂ ਤੋਂ ਤੁਹਾਨੂੰ ਅੰਦਰੋਂ ਮਨਫੀ ਕਰਨਾ ਚਾਹੁੰਦੇ ਨੇ। ਕਦੋਂ ਸਿੱਖ ਜਾਗੇਗਾ? ਕਦੋਂ ਸਿੱਖ ਆਪਣੀ ਸੋਚ ਨੂੰ ਜਗਾਉਣ ਦੀ ਕੋਸ਼ਿਸ਼ ਕਰੇਗਾ?
ਉਹ ਗੁਰੂ ਕੇ ਸਿੱਖੋ, ਬਾਣੀ ਪੜ੍ਹੋ ਅਤੇ ਸਮਝੋ। ਆਪ ਗੁਰੂ ਦੀ ਬਾਣੀ ਦੀ ਵਿਚਾਰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰੋ। ਪਹਿਚਾਨਣਾ ਬਹੁਤ ਜ਼ਰੂਰੀ ਹੈ। 4 ਦਿਨ ਮਨਾ ਲਏ ਦਿਨ, ਅਫਸੋਸ ਕਰ ਲਿਆ, ਸਾਨੂੰ ਬੜਾ ਅਫਸੋਸ ਹੈ ਜੀ। ਵਿਆਹਾਂ ਸ਼ਾਦੀਆਂ 'ਤੇ ਫਿਰ ਉਹ ਗੰਦ ਪਾਉਣਾ, ਉਹੋ ਹੀ ਸ਼ਰਾਬਾਂ, ਉਹੋ ਹੀ ਦਾਜ ਦੇ ਪਿਛਲੇ ਧੀਆਂ ਦੇ ਕਤਲ ਕਰਨੇ, ਉਹੋ ਹੀ ਗਾਉਣ ਵਾਲੀਆਂ 'ਤੇ ਗਾਣਿਆਂ 'ਤੇ ਚੁਟਕੀਆਂ ਮਾਰਨੀਆਂ, ਨੀਵੇਂ ਕਿਰਦਾਰ ਦੀਆਂ ਗੱਲਾਂ ਕਰਨੀਆਂ। ਕਾਹਦੇ ਬਣਾਏ ਦਿਨ ਸਾਡੇ, ਕਿਸ ਅਰਥ ਰਹਿ ਗਏ ਜੀ? ਦੁਸ਼ਮਣ 'ਤੇ ਗਿਲਾ ਕਰਨ ਤੋਂ ਪਹਿਲਾਂ ਆਪਣੇ ਪਹਿਚਾਣੋ। ਜਿਹੜੇ ਕਹੀ ਜਾਂਦੇ ਦਰਬਾਰ ਸਾਹਿਬ 'ਤੇ ਹਮਲਾ ਕਰ ਲਈ, ਗੁਰੂ ਗੋਬਿੰਦ ਸਿੰਘ ਨੇ ਮੀਟਿੰਗ ਕੀਤੀ ਸੀ, ਉਹ 'ਤੇ ਮਨਫੀ ਕਰਤਾ। ਪੁੱਛਿਆ ਕਿਸੇ ਨੇ ਐਸ ਕੋਈ ਪ੍ਰਚਾਰਕ ਮਾੜੀ ਜੀ ਗੱਲ ਕਰੇ ਤੇ ਉਹਨੂੰ ਭਜਦੇ ਅਕਾਲ ਤਖਤ 'ਤੇ ਸ਼ਿਕਾਇਤ ਕਰਨ? ਪੁੱਛਿਆ ਕਿਸੇ ਨੇ ਵੀ ਤੂੰ ਗੁਰੂ ਗੋਬਿੰਦ ਸਿੰਘ 'ਤੇ ਐਡਾ ਵੱਡਾ ਇਲਜ਼ਾਮ ਕਿਉਂ ਲਾ ਰਿਹਾ ਬਈ? ਇਹੋ ਜਿਹੇ ਬੰਦੇ ਫਿਰ ਵੀ ਤੁਰੇ ਫਿਰਨ ਵਿੱਚੇ ਹੀ। ਇਹਦਾ ਸਭ ਕੁਝ ਮਿਲੀ ਭੁਗਤਣਾ ਹੋ ਰਿਹਾ ਹੈ, ਸਾਰਾ ਕੁਝ ਰਲ ਕੇ ਕੀਤਾ ਜਾ ਰਿਹਾ ਹੈ। ਜੇ ਕੋਈ ਪ੍ਰਚਾਰਕ ਗੁਰਬਾਣੀ ਦੀ ਗੱਲ ਕਰਦਾ, ਉਹਨੂੰ ਬੜੇ ਤਰੀਕੇ ਨਾਲ ਇੱਦਾਂ ਵੇਖੋ, ਜੇ ਡੇਰੇਦਾਰਾਂ ਦੇ ਪੈਰਾਂ 'ਚ ਬੈਠ ਗਿਆ। ਡੇਰੇਦਾਰਾਂ ਦੇ ਪੈਰਾਂ 'ਚ ਉਦੋਂ ਨਾ ਬੈਠੇ ਜਦੋਂ ਬਹਿਣ ਦਾ ਸਮਾਂ ਸੀ, ਅੱਜ ਕੀ ਬਹਿਣਾ ਹੈ। ਜਦੋਂ ਇਸ ਲਹਿਰ ਦੇ ਵਿੱਚ ਤੁਰਨ ਨੂੰ ਕੋਈ ਛੇਤੀ ਕੀਤਾ ਤਿਆਰ ਨਹੀਂ ਸੀ, ਉਦੋਂ ਨਾ ਬੈਠੇ, ਅੱਜ ਕੀ ਬਹਿਣਾ ਹੈ। ਪਤਾ ਡੇਰੇਦਾਰਾਂ ਨੂੰ ਵੀ ਹੈ, ਨਾ ਕਿਸੇ ਡੇਰੇਦਾਰ ਦੀ ਪਰਵਾਹ ਕੀਤੀ ਅਤੇ ਨਾ ਕਿਸੇ ਡੇਰੇਦਾਰ ਦੀ ਪਰਵਾਹ ਕਰਨੀ ਹੈ। ਗੁਰਬਾਣੀ ਦੀ ਵਿਚਾਰਧਾਰਾ ਦੀ ਗੱਲ ਜਿਹੜੀ ਪਹਿਲਾਂ ਚੱਲਦੀ ਸੀ, ਹੁਣ ਵੀ ਮਿਸ਼ਨਰੀ ਸੰਸਥਾਵਾਂ ਤੋਂ ਕਿਉਂ ਖਤਰਾ ਸੀ? ਅਗਲਿਆਂ ਨੂੰ ਪਤਾ ਸੀ। ਜਿਹੜੇ ਗੁਰਬਾਣੀ ਦੀ ਠੋਕ ਕੇ ਗੱਲ ਕਰਦੇ ਆ, ਬੱਚਿਆਂ ਨੂੰ ਗੁਰਮਤਿ ਦੀ ਵਿਚਾਰਧਾਰਾ ਦਿੰਦੇ ਆ, ਅਗਲਿਆਂ ਨੂੰ ਪ੍ਰੋਬਲਮ ਇਹਨਾਂ ਤੋਂ ਹੈ। ਜੇ ਸੰਸਥਾਵਾਂ ਚੱਲਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਦੀਆਂ ਨੇ, ਕਿੰਨਾ 'ਚ ਸਰਕਾਰਾਂ ਦੀ ਦਖਲਅੰਦਾਜ਼ੀ ਹੈ ਤੁਹਾਨੂੰ ਵੀ ਪਤਾ ਹੈ। ਮੈਂ ਸਿਰਫ ਤੁਹਾਡੇ ਨਾਲ ਇਹ ਵਿਸ਼ੇ 'ਤੇ ਗੱਲ ਕਰਨ ਵਾਸਤੇ ਅੱਜ ਹਾਜ਼ਰ ਹੋਇਆ ਕਿ ਪਿਆਰਿਓ ਸਮਝੋ, ਇਹ ਦਿਨ 'ਤੇ ਸਮਾਗਮ ਹੋਣਗੇ ਵੱਡੇ ਵੱਡੇ, ਨਾਅਰੇ ਜਕਾਰੇ ਮਨਾਏ ਜਾਣਗੇ। ਫਿਰ 1 ਸਾਲ ਪੂਰੇ 11 ਮਹੀਨੇ ਤੇ 23-24 ਦਿਨ ਫਿਰ ਕੌਮ ਇੱਦਾਂ ਲੰਮੀ ਪਈ ਰਹੇਗੀ। ਬਸ 5-6 ਦਿਨ ਯਾਦ ਕਰਾਂਗੇ ਅਸੀਂ ਵੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਨਾਲ ਕੀ ਕੁਝ ਵਾਪਰਿਆ। ਮੈਂ ਗੱਲ ਫਿਰ ਉੱਥੇ ਦਰਾਉਣਾ ਕਿ ਵੱਡੇ ਵੱਡੇ ਸ਼ਹੀਦਾਂ ਦੇ ਪਰਿਵਾਰ ਵੀ ਅੱਜ ਤੁਹਾਨੂੰ ਲੀਡਰਾਂ ਦੇ ਪੈਰਾਂ 'ਚ ਬੈਠ ਟਿਕਟਾਂ ਪਿੱਛੇ ਲੜਦੇ ਨਜ਼ਰ ਆਉਣਗੇ। ਮੈਂ ਤਾਂ ਆਪਣੀ ਅੱਖੀਂ ਵੇਖਿਆ, ਤੁਸੀਂ ਵੀ ਵੇਖਿਆ, ਟਿਕਟਾਂ ਪਿੱਛੇ ਲੜਦੇ, ਮੈਨੂੰ ਮਿਲ ਜੇ ਟਿਕਟ, ਮੈਨੂੰ ਮਿਲ ਜੇ। ਫੋਟੋਆਂ ਤੋਂ ਅਰਕਾਂ ਮਾਰ ਮਾਰ ਕੇ ਤਾਂ ਪਿੱਛੇ ਮੈਨੂੰ ਮੇਰੀ ਫੋਟੋ ਲੈ ਲੈਣ ਦਿਓ ਪਹਿਲਾਂ। ਆਤਮਾ ਨਾ ਕਰਲਾਉਂਦੀ ਹੋਏਗੀ ਉਹਨਾਂ ਦੀ। ਅਸੀਂ ਇਸ ਕੌਮ ਵਾਸਤੇ ਲੜੇ ਸੀ। ਇੱਕ ਪਰਿਵਾਰ 'ਚੋਂ ਇੱਕ ਉੱਚੀ ਸੋਚ ਵਾਲਾ, ਜ਼ਰੂਰੀ ਨਹੀਂ ਸਾਰੇ ਪਰਿਵਾਰ ਦੇ ਜੀ ਉਹਦੇ ਪਿੱਛੇ ਉਹੋ ਜਿਹੇ ਹੋਣ। ਹੁਣ ਪਹਿਚਾਣੋ ਭਾਈ ਕਾਹਨ ਸਿੰਘ ਨਾਭਾ ਜੀ ਦੀ ਗਈ ਹੋਈ ਗੱਲ, ਪੰਥ ਤੇ ਨਿਕਾਲੋ ਜੋ ਚਮਚ ਹਰ ਦੇਗੀ ਹੈ। ਜਿਹੜਾ ਹਰ ਦੇਗ ਦੇ ਵਿੱਚ ਚਮਚਾ ਘੁੰਮ ਜੇ ਨਾ, ਉਹਨੂੰ ਚੁੱਕ ਕੇ ਬਾਹਰ ਮਾਰੋ। ਅੱਜ ਕਿਹੋ ਜਿਹੇ ਚਮਚੇ ਜਿਹੜੇ ਉੱਥੇ ਤੁਰੇ ਫਿਰਦੇ ਜੁੱਤੀਆਂ ਚੜ੍ਹਦੇ ਫਿਰਦੇ ਨੇ ਦੇਹਧਾਰੀ ਲੀਡਰਾਂ ਦੀਆਂ। ਗੁਰਬਾਣੀ ਪੜ੍ਹੋ ਅਤੇ ਸਮਝੋ, ਵਿਚਾਰ ਆਪਣੀ ਉੱਚੀ ਲੈ ਕੇ ਆਓ। ਜਿਹੜੀ ਸਾਨੂੰ ਗੁਰਬਾਣੀ ਨੇ ਜਿਹੜੀ ਗੱਲ ਭਗਤ ਕਬੀਰ ਜੀ ਨੇ ਕਹੀ ਹੈ, ਉਲਟ ਜਾਤ ਕੁਲ ਦੋ ਵਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾਡੇ ਦੋ, ਬੁਨ ਬੁਨ ਆਪ ਪਹਿਰਾਵੂੰ, ਜੇ ਨਹੀਂ ਆਪ ਤੈਂ ਹੋਏ ਗਾਵੋਂ, ਬੁਨ ਬੁਨ ਆਪ ਪਹਿਰਾਵੂੰ। ਮੈਂ ਆਪਣੀ ਸੁਰਤ ਉੱਚੀ ਕਰ ਲਈ ਹੈ ਸੱਚ ਨਾਲ ਜੁੜ ਕੇ। ਇੱਕ ਭਗਤ ਕਬੀਰ ਜੀ ਕਹਿੰਦੇ ਨੇ, ਜੇ ਨਹੀਂ ਆਪ ਤੈਂ ਹੋਏ ਗਾਵੋਂ, ਮੈਂ ਉਸ ਅਵਸਥਾ ਜਾ ਕੇ ਸੱਚ ਕਹਣਾ ਜਿੱਥੇ ਮੇਰੇ 'ਚ ਆਪਾ ਭਾਵ ਨਹੀਂ ਹੈ। ਪੰਡਤ ਮੁੱਲਾ ਜੋ ਲਿਖਦੀ ਆ। ਹੁਣ ਆਹ ਗੱਲਾਂ ਲਿਖਣ ਵਾਲੇ ਭਗਤ ਕਬੀਰ ਜੀ ਅਗਲਿਆਂ ਨੂੰ ਕਿੱਦਾਂ ਹਜਮ ਹੁੰਦੇ? ਪੰਡਤ ਮੁੱਲਾ ਜੋ ਲਿਖਦੀ ਆ, ਛਾੜ ਚਲੇ ਹਮ ਕਛੂ ਨਾ ਲਿਆ। ਇਹ 84 ਵਾਪਰਨ ਦੇ ਪਿੱਛੇ ਦਰਬਾਰ ਸਾਹਿਬ, ਉਹ ਸਿੰਘ ਸਭਾ ਲਹਿਰ ਦਾ ਇਤਿਹਾਸ ਵੀ ਪੜ੍ਹ ਲਓ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਅਗਲਿਆਂ ਨੇ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਸੀ। ਪੰਡਤ ਹੱਥ ਵੇਖਦੇ ਸੀ, ਗੰਦਾ ਲਿਟਰੇਚਰ ਵੇਖਦਾ ਸੀ। ਗੁਰੂ ਕੇ ਬਾਗ ਗੁਰਦੁਆਰੇ ਪੰਡਤ ਜੀ ਆਪਣੇ ਵੇਦ ਸ਼ਸਤਰਾਂ ਦੀ ਕਥਾ ਕਰਦੇ ਸਨ। ਉੱਥੋਂ ਦੇ ਪ੍ਰਬੰਧ ਸਾਂਭਣ ਵਾਲੇ ਗੁਰੂ ਦੀ ਦੇਗ ਵਿੱਚ ਤਮਾਕੂ ਮਿਲਾਉਣ ਤੱਕ ਵਰਗੀਆਂ ਗੰਦੀਆਂ ਹਰਕਤਾਂ ਵੀ ਕਰ ਚੁੱਕੇ ਸਨ। ਅਗਲਿਆਂ ਨੂੰ ਪਸੰਦ ਹੀ ਉਹ ਤਰ੍ਹਾਂ ਸੀ ਜਿਹੜੀ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੀਆਂ। ਅੱਜ ਪਹਿਚਾਣੋ, ਗੁਰੂ ਦੀ ਬਾਣੀ ਦੀ ਵਿਚਾਰ ਸਮਝ ਕੇ ਆਪਣੇ ਇਤਿਹਾਸ ਨੂੰ ਪੜ੍ਹੋ ਕਿ ਇਹ ਅਗਲੇ ਕਿੱਦਾਂ ਕਰਦੇ ਰਹੇ ਸਾਰਾ ਕੁਝ। ਮੈਂ ਇੱਥੇ ਕਹਿਣਾ ਚਾਹੁੰਦਾ, ਗੁਨਾਹ ਹੈ ਕੀਤਾ ਉਹਨਾਂ ਨੇ। ਜਿੰਨੇ ਹਮਲੇ ਪਹਿਲਾਂ ਹੋਏ, ਬਾਹਰੋਂ ਆਈ ਹਮਲਾਵਰ ਧਿਰ ਨੇ ਕੀਤੇ। ਇਹ ਹਮਲਾ ਇੱਥੋਂ ਦੀ ਆਰਮੀ ਨੇ ਕੀਤਾ। ਉਹ ਮੁਕਤ ਨਹੀਂ ਹੋ ਸਕਦੀ, ਸਰਕਾਰਾਂ ਮੁਕਤ ਨਹੀਂ ਹੋ ਸਕਦੀਆਂ, ਪਰ ਮੁਕਤ ਉਹ ਵੀ ਨਹੀਂ ਹੋ ਸਕਦੇ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਮੀਟਿੰਗ ਦੀ ਗੱਲ ਕਰਦੇ ਆ। ਇਹ ਗੁਰੂ ਗੋਬਿੰਦ ਸਿੰਘ ਦੀ ਮੀਟਿੰਗ ਦੇ ਨਾਲ ਇੱਦਾਂ, ਜੇ ਇਹੋ ਬਿਆਨ ਕਿਸੇ ਪ੍ਰਚਾਰਕ ਮਿਸ਼ਨਰੀ ਕਾਲਜ ਦੇ ਪੜ੍ਹੇ ਪ੍ਰਚਾਰਕ ਨੇ ਦਿੱਤਾ ਹੁੰਦਾ, ਕਿਸੇ ਸੰਸਥਾ ਦੇ, ਕਿਸੇ ਕੋਈ ਮਿਸ਼ਨਰੀ ਕਾਲਜ, ਕੋਈ ਵੀ ਮਿਸ਼ਨਰੀ ਕਾਲਜ ਹੋਵੇ, ਕਿਸੇ ਮਿਸ਼ਨਰੀ ਕਾਲਜ ਦੇ ਪ੍ਰਚਾਰਕ ਨੇ ਬਿਆਨ ਦਿੱਤਾ ਹੁੰਦਾ
ਵੀ ਗੁਰੂ ਗੋਬਿੰਦ ਸਿੰਘ ਨਾਲ ਮੀਟਿੰਗ ਹੋਈ ਹੈ, ਬਖਸ਼ਣਾ ਸੀ ਉਹਨੂੰ? ਇਹਨੂੰ ਕਿਉਂ ਬਖਸ਼ਿਆ ਭਲਾ? ਪਤਾ ਵੀ ਸਾਡਾ ਹੈ, ਸਾਡਾ ਹੈ। ਇੱਕ ਧਿਰ ਇੱਦਾਂ ਬੋਲੀ ਜਾਊਗੀ, ਦੂਜਾ ਧਿਰ ਕਹੀ ਜਾਊਗੀ ਸਾਨੂੰ ਮਾਣ ਅੱਜ ਅਸੀਂ ਆਹ ਕਰ ਦਾਂਗੇ, ਆਹ ਕਰ ਦਾਂਗੇ। ਕਈ ਬੰਦੇ ਵੇਖੇ ਦਿਨ ਵੇਲੇ ਮੋਰਚਿਆਂ 'ਚ ਹੁੰਦੇ, ਰਾਤ ਨੂੰ ਲੀਡਰਾਂ ਨਾਲ ਮੀਟਿੰਗਾਂ ਕਰਦੇ ਆ। ਪਤਾ ਹੀ ਹੈ ਤੁਹਾਨੂੰ ਹੁਣ ਕਿਹੜੇ ਆ। ਉਹਨਾਂ ਨੂੰ ਪਤਾ ਹੁੰਦਾ ਸਾਡਾ ਪੜ੍ਹਾਇਆ ਤੋਤਾ ਹੈ, ਇਹਨੇ ਜਦੋਂ ਇਹਨੂੰ ਭੁੱਖ ਲੱਗੀ ਇਹਨੇ ਇਸੇ ਪਿੰਜਰੇ 'ਚ ਹੀ ਆਉਣਾ। ਜਿਵੇਂ ਕਹਾਣੀ ਨਹੀਂ ਆਉਂਦੀ ਵੀ ਇੱਕ ਸ਼ਿਕਾਰੀ ਨੇ ਬੜੀ ਮਿਹਨਤ ਕਰਕੇ ਇੱਕ ਪੰਛੀ ਫੜਿਆ, ਚੋਗਾ ਪਾ ਕੇ ਉਹਨੇ ਪੰਛੀ ਫੜ ਕੇ ਲਿਆ ਕੇ ਪਿੰਜਰੇ 'ਚ ਪਾਤਾ। ਕਈ ਦਿਨ ਕਈ ਮਹੀਨਿਆਂ ਬਾਅਦ ਉਹਨੂੰ ਰੋਜ਼ ਉਹਦੇ ਗਾੜੀ ਉਹਨੇ ਪਾਣੀ ਰੱਖਣਾ, ਚੋਗਾ ਪਾਉਣਾ। ਇੱਕ ਦਿਨ ਉਹਦੇ ਮਨ 'ਚ ਆਇਆ, ਉਹਨੇ ਇਹਦਾ ਪਿੰਜਰਾ ਖੋਲ੍ਹਤਾ। ਲਾਗੇ ਇੱਕ ਬੰਦਾ ਬੈਠਾ ਉਹ ਵੇਖ ਰਿਹਾ ਸੀ। ਉਹ ਕਹਿੰਦਾ ਹੱਦ ਹੋ ਗਈ, ਇੰਨੀ ਮਿਹਨਤ ਨਾਲ ਇਹਨੂੰ ਫੜ ਕੇ ਲਿਆਇਆ, ਅੱਜ ਖੋਲ੍ਹ ਦਿੱਤਾ ਆਪੇ ਪਿੰਜਰਾ, ਕੀ ਗੱਲ ਹੈ? ਕਹਿੰਦਾ ਵੇਖੀ ਇਹਨੇ ਫਿਰ ਵਾਪਸ ਆ ਜਾਣਾ। ਕਹਿੰਦਾ ਆਪਣੇ ਆਪ ਕਿੱਦਾਂ ਆ ਜਾਏਗਾ? ਕਹਿੰਦਾ ਪਹਿਲਾਂ ਮੈਂ ਇਹਨੂੰ ਪਿੰਜਰੇ 'ਚ ਪਾਇਆ ਸੀ, ਹੁਣ ਪਿੰਜਰਾ ਇਹਦੇ ਮੈਂ ਅੰਦਰ ਪਾਤਾ, ਹੁਣ ਪਿੰਜਰਾ ਦੇ ਅੰਦਰ ਪੈ ਗਿਆ। ਕਿਉਂ? ਕਹਿੰਦਾ ਇਹ ਹੁਣ ਐਸ ਪਿੰਜਰੇ ਤੋਂ ਬਿਨਾਂ ਨਾ ਖਾ ਸਕਦਾ ਨਾ ਪੀ ਸਕਦਾ। ਭਾਵੇਂ ਜਿੰਨੇ ਮਰਜ਼ੀ ਦਰਿਆ ਪਾਣੀਆਂ ਨਾਲ ਭਰੇ ਪਏ ਨੇ, ਨਦੀਆਂ ਪਾਣੀ ਨਾਲ ਭਰੀਆਂ ਪਈਆਂ ਨੇ, ਅਨਾਜ ਮੰਡੀਆਂ 'ਚ ਬਹੁਤ ਹੈ, ਪਰ ਇਹਨੇ ਖਾਣਾ ਪਿੰਜਰੇ 'ਚ ਹੀ ਆਣ ਕੇ। ਹੁਣ ਪਿੰਜਰਾ ਇਹਦੇ ਅੰਦਰ, ਇੱਥੇ ਪਿੰਜਰਾ ਬਹਿ ਗਿਆ। ਇਹ ਵਿਪਰਵਾਦ ਦਾ ਪਿੰਜਰਾ ਜਿਹੜਾ ਅੰਦਰ ਬੈਠਾ ਹੈ ਨਾ, ਉਹ ਦਿਨੇ ਤੁਹਾਡੇ ਹੀ ਤੁਰੇ ਫਿਰਦੇ ਨੇ। ਇੱਦਾਂ ਬੜਾ ਕੁਝ ਵਾਪਰਿਆ ਸਾਡੇ ਨਾਲ, ਪਤਾ ਹੈ, ਪਰ ਅਸੀਂ ਪਤਾ ਨਹੀਂ ਕਦੋਂ ਸੁਚੇਤ ਹੋਵਾਂਗੇ, ਕਦੋਂ ਜਾਗਾਂਗੇ ਅਸੀਂ। ਫਿਰ ਉਹਦੇ ਵਿੱਚ ਸੱਚੀ ਗੱਲ ਹੈ, ਜਿਹੜੇ ਸੱਚੀ ਕੰਮ ਕਰਨ ਵਾਲੇ ਹੁੰਦੇ ਨੇ ਉਹਨਾਂ ਦਾ ਵੀ ਮੱਚ ਮਰ ਜਾਂਦਾ ਹੈ। ਇਲਜ਼ਾਮਬਾਜ਼ੀਆਂ 'ਚੋਂ ਬਾਹਰ ਨਿਕਲ ਕੇ ਹਕੀਕਤ ਵਾਲਾ ਜੀਵਨ ਜਿਉ ਕੇ ਵੇਖੋ। ਗੁਰੂ ਦੀ ਬਾਣੀ ਪੜ੍ਹ ਕੇ ਸਮਝ ਕੇ। ਨੌਜਵਾਨ ਭਰਾਓ, ਤੁਹਾਡੇ ਅੱਗੇ ਬੇਨਤੀ ਹੈ, ਆ 4 ਦਿਨ ਨਾਅਰੇ ਲਾਉਣ ਨਾਲ ਕੁਝ ਨਹੀਂ ਹੋਣਾ। ਦੁਸ਼ਮਣ ਪਹਿਚਾਣੋ ਕੌਣ ਆਪਣਾ ਤੇ ਕੌਣ ਬੇਗਾਨਾ ਹੈ। 4 ਦਿਨ ਫੱਟੇ ਗਲ 'ਚ ਲਾਇਆ, ਬੈਨਰ ਹੱਥ ਵਿੱਚ ਫੜਿਆ, ਕੁਝ ਨਹੀਂ ਹੋਣਾ। ਪਹਿਚਾਣ ਕਰੋ। ਜਿਨ੍ਹਾਂ ਪਰਿਵਾਰਾਂ ਦੇ ਨੁਕਸਾਨ, ਹਮਦਰਦੀ ਉਹਨਾਂ ਪਰਿਵਾਰਾਂ ਨਾਲ। ਸੱਚੀ ਗੱਲ ਹੈ, ਉਹਨਾਂ ਮਾਵਾਂ ਨੇ ਜਿਨ੍ਹਾਂ ਪੁੱਤ ਆਪਣੇ ਗਵਾਏ ਨੇ, ਜਿਨ੍ਹਾਂ ਭੈਣਾਂ, ਪੂਰੇ ਪਰਿਵਾਰ ਦਾ ਨੁਕਸਾਨ ਹੋਇਆ। ਕਈ ਪਰਿਵਾਰ ਦਾ ਪੂਰਾ ਇੱਜ਼ਤਾਂ, ਜਿਨ੍ਹਾਂ ਪਰਿਵਾਰਾਂ ਦੀਆਂ ਇੱਜ਼ਤਾਂ ਲੁਟਾਈਆਂ ਨੇ, ਉਹਨਾਂ ਨੂੰ ਪੁੱਛ ਕੇ ਵੇਖੋ। ਥਾਣਿਆਂ 'ਚ ਇੱਜ਼ਤਾਂ ਰੁਲੀਆਂ ਨੇ ਉਹਨਾਂ ਦੀਆਂ। ਉਹਨਾਂ ਨੂੰ ਆਹ ਦੋਗਲੇ ਕਿਰਦਾਰ ਵਾਲੇ ਲੀਡਰ ਚੰਗੇ ਨਹੀਂ ਲੱਗਦੇ, ਪਰ ਪਹੁੰਚ ਵਾਲੇ ਉਹਨਾਂ ਦੀਆਂ ਚੱਪਲਾਂ ਚੜ੍ਹਦੇ ਪਏ ਨੇ, ਜਿਹੜੇ ਉਸ ਵਕਤ ਨਾਅਰੇ ਮਾਰਦੇ ਸੀ, ਚਿਕਾਰੇ ਛੱਡਦੇ ਸੀ। ਗੁਰੂ ਦੀ ਬਾਣੀ ਦੀ ਵਿਚਾਰ ਜਿਹੜਾ ਕੇਂਦਰ ਬਿੰਦੂ ਹੈ ਸਾਡਾ। ਹਿਰਦੇ ਖਲਾਸ ਨਿਰਖਲੇ ਮੀਰਾ, ਆਪ ਖੋਜ ਮਿਲੇ ਕਬੀਰਾ। ਆਪਣੇ ਆਪ ਦੀ ਪਹਿਚਾਣ ਕਰੋ, ਆਪੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰੋ ਕਿ ਉਸ ਧਿਰ ਨੂੰ ਦੱਸ ਦਿਓ ਕਿ ਤੁਸੀਂ ਸਾਨੂੰ ਮਾਰਨ ਦਾ ਇੱਕ ਬਹਾਨਾ ਬਣਾਇਆ ਸੀ। ਅਗਲੇ ਮਾਰਨ ਤੋਂ ਪਹਿਲਾਂ ਮਾਰਨ ਦਾ ਬਹਾਨਾ, ਤਾਂ ਕਿ ਇਹਨਾਂ ਨਾਲ ਹਮਦਰਦੀ ਕਰਨ ਵਾਲਾ ਕੋਈ ਨਾ ਰਵੇ। ਐਸਾ ਕੁਝ ਵਾਪਰਿਆ, ਐਸਾ ਕੁਝ ਵਾਪਰਿਆ, ਹੋਇਆ ਐਸਾ ਕੁਝ। ਨੁਕਸਾਨ ਦੋਵਾਂ, ਜੇ ਪੁਲਿਸ ਮੁਲਾਜ਼ਮਾਂ ਨੇ ਸਾਡੇ ਵੀਰ ਮਾਰੇ ਸੀ, ਉਹ ਵੀ ਪੰਜਾਬੀ ਮਾਂ ਦਾ ਨੁਕਸਾਨ ਹੋਇਆ। ਜੇ ਉਹਨਾਂ ਨੇ ਪੁਲਿਸ ਵਾਲੇ ਮਾਰੇ ਤਾਂ ਵੀ ਕੁੱਖ ਮਾਂ ਦੀ ਖਾਲੀ ਹੋਈ। ਦੋਵੇਂ ਪੱਖੋਂ ਨੁਕਸਾਨ, ਬੜਾ ਨੁਕਸਾਨ ਚੱਲਿਆ ਪੰਜਾਬ ਨੇ। 84 'ਚ ਵੇਖਿਆ ਆਪਾਂ, ਕਈ ਸਾਲ ਬਰਾਤ ਨਹੀਂ ਚੜ੍ਹੀ ਪੰਜਾਬ 'ਚ। ਲਾਸ਼ਾਂ ਫੂਕਣ ਲਈ ਦਰਖਤ ਥੋੜ੍ਹੇ ਪੈ ਗਏ ਸੀ ਦਰਿਆਵਾਂ ਦੇ ਵਿੱਚ। ਦਰਿਆਵਾਂ ਨੇ ਸੇਵਾ ਕੀਤੀ, ਮੁੜ ਕੇ ਖਿੱਤੀਆਂ ਲਵਾਉਣ ਵਾਸਤੇ ਕਿੰਨੇ ਅਫਸਰਾਂ ਨੇ ਇਹ ਕੰਮ ਕੀਤੇ, ਪਰ ਅਸੀਂ ਨਹੀਂ ਪਹਿਚਾਣ ਸਕੇ। ਵੱਖਰੀ ਗੱਲ ਹੈ, ਇਹੋ ਜਿਹੀਆਂ ਬੇਈਮਾਨੀਆਂ ਦੇ ਨਾਲ ਕੀਤੇ ਹੋਏ ਪੈਸੇ ਨਾਲ ਸੁੱਖ ਨਹੀਂ ਮਿਲਦਾ। ਉਹ ਤਾਂ ਵਜ਼ੀਰ, ਉਹ ਕਾਜੀ ਸੀ ਜਿਹਦੀ ਜ਼ਮੀਰ ਕਿਤੇ ਮਾੜੀ ਮੋੜ ਜਾਗਦੀ ਸੀ। ਸੱਚੀ ਗੱਲ ਹੈ, ਅੰਦਰ ਸੋਚ ਕੇ 11 ਨਵੰਬਰ 1675 ਨੂੰ ਜਿਹਨੇ ਫਤਵਾ ਪੜ੍ਹਿਆ ਸੀ ਨਾ, ਜਿਸ ਕਾਜੀ ਨੇ, ਉਹਨੂੰ ਕਿਸੇ ਨੇ ਗੋਲੀ ਨਹੀਂ ਸੀ ਮਾਰੀ, ਕਿਸੇ ਨੇ ਫਾਂਸੀ ਨਹੀਂ ਸੀ ਦਿੱਤੀ। 26 ਨਵੰਬਰ 1675 ਨੂੰ, ਠੀਕ ਪੂਰੇ 15 ਦਿਨ ਬਾਅਦ ਉਹ ਦੁਨੀਆ ਤੋਂ ਕੂਚ ਕਰ ਗਿਆ ਸੀ। ਕਿਉਂ? ਮਾੜੀ ਮੁੜ ਕੇ ਤੇ ਜ਼ਮੀਰ ਜਾਗ ਪਈ ਅੰਦਰ ਵੀ ਮਨਾ ਸੱਚ ਨੂੰ ਫਾਂਸੀ ਦੇ ਆਇਆ। ਰਿਸ਼ਵਤਾਂ ਦੇ ਪੈਸੇ ਨਾਲ ਕਦੀ ਸਕੂਨ ਨਹੀਂ ਆਉਂਦਾ। ਬੇਈਮਾਨੀ ਦੇ ਪੈਸੇ ਨਾਲ ਘਰ ਬਣ ਜਾਂਦੇ, ਪਰ ਅੰਦਰ ਸ਼ਾਂਤੀ ਨਹੀਂ ਹੁੰਦੀ। ਮੈਂ ਬੜੇ ਅਫਸਰਾਂ ਨਾਲ ਇਹ ਗੱਲ ਕੀਤੀ, ਉਹ ਖੁਦ ਕਹਿੰਦੇ ਆ ਪੈਸੇ ਨਾਲ ਘਰ ਤੇ ਬਣਾ ਲਿਆ, ਪਰ ਅੰਦਰ ਅੱਗ ਜੀ ਬਲੀ ਜਾਂਦੀ ਹੈ, ਬੇਚੈਨੀ ਹੈ। ਅੱਖਾਂ ਦੀ ਛਨ ਵੀ ਹੋਵੇ ਨਾ, ਤੁਹਾਨੂੰ ਕਈ ਚਿਹਰੇ ਹੱਸਦੇ ਨਜ਼ਰ ਆਉਣਗੇ। ਆਓ, ਇਹ ਤੀਜਾ ਘੱਲੂਘਾਰਾ ਜਿਹੜਾ ਸਾਡੇ ਨਾਲ ਵਾਪਰਿਆ। ਚੌਥਾ ਵੀ ਵਾਪਰਿਆ, ਉਹਦੇ ਵੱਲ ਧਿਆਨ ਨਹੀਂ। ਉਹ ਕਿਹੜਾ? ਉਹ ਨਸ਼ਿਆਂ ਦਾ ਘੱਲੂਘਾਰਾ ਹੈ। ਨਸ਼ਲਕੁਸ਼ੀ ਹੋਈ ਹੈ ਸਾਡੀ। ਅਗਲਿਆਂ ਨੇ ਇੱਥੇ ਪੰਜਾਬ ਦਾ ਨੌਜਵਾਨ, ਆਹ ਗੱਲ ਧਿਆਨ ਨਾਲ ਸੁਣਿਓ, ਅਗਲਿਆਂ ਨੇ ਪੰਜਾਬ ਦਾ ਨੌਜਵਾਨ ਔਲਾਦ ਪੈਦਾ ਕਰਨ ਜੋਗਾ ਨਹੀਂ ਛੱਡਿਆ। ਇਹ ਗੱਲ ਸੱਚ ਹੈ, ਔਲਾਦ ਪੈਦਾ ਕਰਨ ਜੋਗਾ ਨਹੀਂ ਛੱਡਿਆ। ਇਹ ਚੌਥਾ ਘੱਲੂਘਾਰਾ ਹੋ ਰਿਹਾ ਹੈ ਜਿਹਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਇਹ ਪੰਜਾਬ 'ਚ ਹੀ ਬੋਰਡ ਕਿਉਂ ਲੱਗੇ ਨੇ?
ਬੇਔਲਾਦ ਜੋੜੇ ਸਾਨੂੰ ਆਣ ਕੇ ਮਿਲੋ। 7 ਦਿਨਾਂ 'ਚ ਮਰਦਾਨਾ ਤਾਕਤ ਹਾਸਲ ਕਰੋ। ਇਹ ਪੰਜਾਬ 'ਚ ਏਡੇ ਏਡੇ ਬੋਰਡ ਕਿਉਂ ਲੱਗੇ ਨੇ? ਅਗਲਿਆਂ ਨੂੰ ਪਤਾ ਹੈ ਅਸੀਂ ਇਹਨਾਂ ਨੂੰ ਅੰਦਰੋਂ ਡੈਡ ਕਰ ਦਿੱਤਾ ਹੈ। ਇਹ ਆਪਣੀ ਵੰਸ਼ ਪੀੜ੍ਹੀ ਅੱਗੇ ਚਲਾਉਣ ਜੋਗੇ ਨਹੀਂ ਛੱਡੇ ਅਸੀਂ। ਇਸ ਘੱਲੂਘਾਰੇ ਵਾਲੇ ਬੰਨੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ। ਅਗਲਿਆਂ ਨੇ ਅੰਦਰੋਂ ਮਾਰਤਾ। ਅਗਲਿਆਂ ਨੂੰ ਪਤਾ ਸੀ ਤੋਪਾਂ ਨਾ ਮਾਰੇ, ਟੈਂਕਾਂ ਨਾ ਮਾਰੇ, ਆਰਿਆਂ ਨਾਲ ਚੀਰੇ, ਇਹ ਫੇਰ ਖੜੇ ਹੋ ਗਏ। ਹੁਣ ਕੰਮ ਹੋਰ ਕਰੋ, ਹੁਣ ਜੜ੍ਹਾਂ ਤੋਂ ਪੱਟ ਦਿਓ। ਪੀੜ੍ਹੀ ਪੈਦਾ ਕਰਨ ਜੋਗੀ ਨਾ ਛੱਡੋ, ਇਹਨਾਂ ਦੀ ਔਲਾਦ ਪੈਦਾ ਕਰਨ ਜੋਗੀ ਨਾ ਛੱਡੋ। ਉਹੀ ਮਾਫ਼ ਕਰਨਾ, ਗੱਲ ਹਜਮ ਕਰਨੀ ਔਖੀ ਹੋਣੀ ਥੋੜ੍ਹੀ ਜਿਹੀ। ਉਹੀ ਡੇਰੇਦਾਰਾਂ ਕੋਲ ਜਾਂਦੇ, ਬਾਬਾ ਜੀ ਕੋਈ ਕਿਰਪਾ ਕਰੋ ਨਾ ਔਲਾਦ ਹੋ ਜਾਏ। ਫਿਰ ਔਲਾਦ ਕਿਹਨਾਂ ਦੀ ਹੁੰਦੀ ਹੈ? ਇਹ ਲਫ਼ਜ਼ ਮੇਰੇ ਕੋਲੋਂ ਨਾ ਹੀ ਕਢਾਓ ਤੇ ਚੰਗਾ ਹੈ। ਨਾ ਹੀ ਲਫ਼ਜ਼ ਬੋਲਾਂ ਤੇ ਚੰਗਾ। ਇਹ ਸੱਚ ਹੈ। ਦੇਹਧਾਰੀਆਂ ਕੋਲ ਮੁੜ ਕੇ ਆਪਣੀਆਂ ਜਵਾਨ ਧੀਆਂ ਲੈ ਕੇ ਅਸੀਂ ਤੁਰੇ ਫਿਰਦੇ ਹਾਂ। ਜਦੋਂ ਬਲਾਤਕਾਰਾਂ ਦੇ ਕੇਸ ਵਾਪਰਦੇ ਆ, ਉਹ ਬਾਅਦ ਦੇ ਵਿੱਚ ਪਤਾ ਲੱਗਦਾ ਕਿੰਨਿਆਂ ਦੇ ਨੁਕਸਾਨ ਹੋ ਚੁੱਕੇ ਨੇ। ਇਹ ਜਿਹੜਾ ਚੌਥਾ ਘੱਲੂਘਾਰਾ ਜਿਹਦੇ ਵਿੱਚ ਅਸੀਂ ਸਾਰੇ ਸ਼ਾਮਲ ਹਾਂ। ਕਈ ਪੁਲਿਸ ਅਫਸਰ ਦੱਸਦੇ ਨੇ, ਕਹਿੰਦੇ ਅਸੀਂ ਸਾਨੂੰ ਆਰਡਰ ਦੇ ਸਰਕਾਰ, ਅਸੀਂ ਤਾਂ ਆਪਣੇ ਇਲਾਕੇ 'ਚ ਨਸ਼ਾ ਬੰਦ ਕਰ ਦਈਏ, ਪਰ ਕਰੀਏ ਕੀ? ਅਸੀਂ ਚੱਕ ਕੇ ਲਿਆਉਣਾ, ਮਗਰੋਂ ਫੋਨ ਆ ਜਾਣਾ। ਅਸੀਂ ਡਰਦੇ ਚਲਾਨ ਨਹੀਂ ਕੱਟਦੇ, ਪਰਚਾ ਨਹੀਂ ਕੱਟੇ, ਚਲਾਨ ਪੇਸ਼ ਨਹੀਂ ਕਰਦੇ, ਪਰਚਾ ਨਹੀਂ ਕੱਟਦੇ। ਪਿੱਛੋਂ ਪਤਾ ਨਹੀਂ ਕਿਹੜੇ ਮੰਤਰੀ ਦਾ ਫੋਨ ਆ ਜਾਣਾ। ਹੌਲੀ ਕਰੋ ਲੀਡਰੋ, ਹੌਲੀ ਕਰੋ। ਦਰਬਾਰ ਸਾਹਿਬ 4 ਦਿਨ ਭਾਂਡੇ ਮਾਂਜਣ ਨਾਲ ਕੁਝ ਨਹੀਂ ਹੋਣਾ। ਮੈਨੂੰ ਪਤਾ ਮੈਂ ਕਿਹੜੇ ਲੀਡਰ ਨੂੰ ਕਹਿ ਰਿਹਾ। ਉੱਥੇ ਜਾ ਕੇ ਪ੍ਰਕਰਮਾਂ 'ਚ ਪੋਚੇ ਲਾਉਣ ਨਾਲ ਕੁਝ ਨਹੀਂ ਹੋਣਾ। ਦਰਬਾਰ ਸਾਹਿਬ ਜਾ ਕੇ ਅਖੰਡ ਪਾਠ ਕਰਾਉਣ ਨਾਲ ਕੁਝ ਨਹੀਂ ਹੋਣਾ। ਤਖਤਾਂ ਦੀ ਯਾਤਰਾ ਕਰਨਾ ਕੁਝ ਨਹੀਂ ਹੋਣਾ। ਪੰਥ ਨਾ ਰਹਾ ਤੋ ਗ੍ਰੰਥ ਕੌਣ ਮਾਨੇਗੋ। ਜੇ ਪੀੜ੍ਹੀ ਨਾ ਬਚਾ ਸਕੀ ਤੇ ਕਰਾਂਗੇ ਕੀ? ਸਤਾ ਕਿਤੇ ਕਰੋਗੇ? ਪੌੜੀ ਕਰੋ, ਜਾਗੋ, ਜ਼ਮੀਰ ਜਗਾਓ ਆਪਣੀ। ਜਦੋਂ ਲੀਡਰ ਚੁਣਨਾ ਉਦੋਂ ਇੰਨੇ ਸਿਆਣੇ ਹੋ ਜਾਓ। ਲੀਡਰ ਚੁਣ ਲੱਗਿਆ ਪਾਰਟੀਆਂ ਨਾਲ ਵੇਖੋ, ਬੰਦਾ ਵੇਖੋ ਕਿਹੜਾ ਬੰਦਾ ਕਿੱਡਾ ਵਧੀਆ, ਤੁਹਾਡੇ ਇਲਾਕੇ ਲਈ ਕਿਹੜਾ ਚੰਗਾ ਕੰਮ ਕਰਦਾ ਹੈ, ਤਾਂ ਕਿ ਸਾਡੇ ਨਾਲ ਦੁਬਾਰਾ ਕਦੀ ਇੱਦਾਂ ਦਾ ਘੱਲੂਘਾਰਾ ਨਾ ਵਾਪਰ ਸਕੇ, ਦੁਬਾਰਾ ਸਾਡਾ ਕਤਲੇਆਮ ਨਾ ਹੋ ਸਕੇ। ਹੋ ਰਹੇ ਨੇ, ਆਏ ਦਿਨ ਘਟਨਾਵਾਂ ਵਾਪਰਦੀਆਂ ਨੇ। ਅਤੇ ਪ੍ਰਣਾਮ ਹੈ ਉਹਨਾਂ ਮਾਵਾਂ ਨੂੰ, ਬੱਚਿਆਂ ਨੂੰ ਜਿਹੜੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ ਨੇ। ਪਰਿਵਾਰਾਂ ਦੇ ਨੁਕਸਾਨ ਹੋਏ ਨੇ। ਅਤੇ ਸਿਰ ਝੁਕਦਾ ਹੈ ਉਹਨਾਂ ਧਰਮੀ ਫੌਜੀਆਂ ਅੱਗੇ, ਜਿਹੜੇ ਸਵਾਰਥ ਉੱਪਰ ਉੱਠ ਕੇ ਇਹ ਨਹੀਂ ਵੇਖਿਆ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਏਗਾ, ਇਹ ਨਹੀਂ ਵੇਖਿਆ ਸਾਡੀਆਂ ਪਤਨੀਆਂ ਕੀ ਖਾਣਗੀਆਂ, ਘਰ ਦਾ ਗੁਜ਼ਾਰਾ ਕਿੱਦਾਂ ਹੋਏਗਾ। ਉਹ ਜਜ਼ਬੇ ਨੂੰ ਸਲਾਮ ਉਹਨਾਂ ਦੇ ਨੂੰ ਆ ਗਏ ਤੁਰ ਕੇ, ਨੌਕਰੀਆਂ ਛੱਡ ਆਏ। ਚਾਹੀਦਾ ਸੀ ਕੌਮ ਹੱਥਾਂ 'ਤੇ ਚੱਕ ਲੈਂਦੀ ਉਹਨਾਂ ਨੂੰ, ਪਰ ਸਿਆਸਤ, ਰੋਟੀਆਂ ਸੇਕੀਆਂ ਗਈਆਂ ਸਿਆਸਤ ਦੇ ਨਾਂ 'ਤੇ। ਬੜਾ ਕੁਝ ਵਾਪਰਿਆ। ਆਓ ਆਪਣੇ ਆਪ ਦੀ ਪਹਿਚਾਣ ਕਰੋ, ਗੁਰੂ ਦੀ ਬਾਣੀ ਦੀ ਵਿਚਾਰ ਨਾਲ ਜੁੜੋ, ਤਾਂ ਹੀ ਸਾਨੂੰ ਇਸ ਬੰਨੇ ਤੁਰਨ ਦੀ ਜ਼ਰੂਰਤ ਹੈ। ਜਿਸ ਮਹਾਨ ਗ੍ਰੰਥ 'ਤੇ ਅੱਜ ਹਮਲੇ ਕੀਤੇ ਜਾ ਰਹੇ ਨੇ, ਉਸ ਗ੍ਰੰਥ ਦੀ ਮਹਾਨ ਵਿਚਾਰਧਾਰਾ ਅੱਜ ਬੜਿਆਂ ਤਰੀਕਿਆਂ ਨਾਲ ਅਗਲਿਆਂ ਨੇ ਗੁਰੂ ਗ੍ਰੰਥ ਦੇ ਬਰਾਬਰ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਖੜੇ ਕਰ ਦੇਣੇ। ਅਤੇ ਵਿਰੋਧੀ ਧਿਰ ਦਾ ਸਾਥ ਨਹੀਂ ਦੇ ਰਹੇ ਅਸੀਂ। ਜਿਸ ਵਿਪਰਵਾਦ ਦਾ ਪ੍ਰਚਾਰ ਉਹ ਕਰਦੇ, ਉਹਨਾਂ ਗ੍ਰੰਥਾਂ ਵਿੱਚ ਉਸੇ ਵਿਪਰਵਾਦ ਦਾ ਪ੍ਰਚਾਰ ਹੋਵੇ। ਕਿਤੇ ਇਹ ਗਲਤ ਨਹੀਂ ਸਾਡੇ ਨਾਲ ਵਾਪਰ ਰਹੀ। ਆਓ ਆਪੇ ਦੀ ਪਹਿਚਾਣ ਕਰਕੇ ਗੁਰੂ ਦੀ ਬਾਣੀ ਸਮਝੀਏ, ਪੜ੍ਹੀਏ, ਵਿਚਾਰੀਏ, ਤਾਂ ਹੀ ਸਾਡੀ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਡੀ ਅਸਲੀ ਸ਼ਰਧਾਂਜਲੀ ਹੋਏਗੀ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਉਹ ਪਿਆਰੇ ਬੱਚੇ, ਉਹ ਮਾਵਾਂ, ਉਹ ਭੈਣਾਂ ਜਿਹੜੇ ਦਰਬਾਰ ਸਾਹਿਬ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੇ ਦਰਸ਼ਨ ਪ੍ਰਸ਼ਨ ਕਰਨ ਵਾਸਤੇ ਗਏ ਸਨ, ਜਿਨ੍ਹਾਂ ਦਾ ਬੜਾ ਭਾਰੀ ਨੁਕਸਾਨ ਹੋਇਆ, ਕਿੰਨਾ ਕੁਝ ਵਾਪਰਿਆ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ। ਗੁਰੂ ਬਖਸ਼ਿਸ਼ ਕਰੇ ਉਹਨਾਂ ਪਰਿਵਾਰਾਂ ਦੇ ਅੰਦਰ ਜੋ ਅਜੇ ਵੀ ਦਰਦ ਹੈ। ਕਈ ਮਾਵਾਂ ਇੰਟਰਵਿਊ ਦਿੰਦੀਆਂ ਰੋ ਪੈਂਦੀਆਂ ਨੇ, ਜਿਨ੍ਹਾਂ ਦੇ ਨਾਲ ਸਾਰਾ ਕੁਝ ਵਾਪਰਿਆ, ਜਿਨ੍ਹਾਂ ਨੇ ਆਪਣੇ ਘਰ ਦੇ ਦਰਵਾਜ਼ੇ ਤੋੜ ਕੇ ਆਪਣੇ ਘਰ ਦੇ ਜੀਆਂ ਦਾ ਸੰਸਕਾਰ ਕੀਤਾ ਹੈ। ਦਿੱਲੀ ਦੇ ਉਹ ਇਲਾਕੇ, ਪਤਾ ਹੈ ਸਾਨੂੰ ਸਾਰਿਆਂ ਨੂੰ, ਦਿੱਲੀ ਦੇ ਉਹ ਇਲਾਕੇ ਜਿਸ ਇਲਾਕਿਆਂ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਨੇ। ਕਿਉਂ ਭੁੱਲ ਜਾਂਦੇ ਅਸੀਂ ਐਡੀ ਛੇਤੀ? ਯਾਦ ਕਰਨ ਦਾ ਤਾਂ ਹੀ ਫਾਇਦਾ ਕਿ ਅਸੀਂ ਦੁਸ਼ਮਣ ਦੀ ਪਹਿਚਾਣ ਕਰਕੇ ਉਸ ਵਿਪਰਵਾਦ ਦੇ ਖਾਰੇ ਸਾਗਰ 'ਚੋਂ ਛਾਲ ਮਾਰ ਕੇ ਬਾਹਰ ਆ ਜਾਈਏ। ਗੁਰੂ ਦੀ ਬਾਣੀ ਦੇ ਉੱਤੇ ਭਰੋਸਾ ਰੱਖ ਕੇ ਜਿਸ ਕਰਮਕਾਂਡ 'ਚੋਂ, ਜਿਸ ਵਿਪਰਵਾਦ 'ਚੋਂ ਸਾਨੂੰ ਗੁਰਦੇਵ ਜੀ ਕੱਢਣ ਵਾਸਤੇ ਇਹ ਜ਼ੋਰ ਲਾਉਂਦੇ ਗਏ, ਮਾਣ ਨਾ ਕਹਿ ਸਕੀਏ ਕਿ ਗੁਰੂ ਸਾਹਿਬ ਅਸੀਂ ਕਿਸੇ ਦੇਵੀ ਦੇਵਤੇ ਦੇ ਉਪਾਸ਼ਕ ਨਹੀਂ ਹਾਂ। ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ
ਲਾਗਾ ਸੇਵਾ ਵਾਲੀ ਵਿਚਾਰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ। ਸਾਰਿਆਂ ਦਾ ਧੰਨਵਾਦ। ਬੇਨਤੀ ਹੈ, ਇਹ 4 ਦਿਨ ਨਾਅਰੇ ਜਕਾਰੇ ਮਾਰਿਆਂ ਕੁਝ ਨਹੀਂ ਹੋਣਾ। ਆਓ ਦੁਸ਼ਮਣ ਦੀ ਪਹਿਚਾਣ ਕਰੋ, ਉਹਨਾਂ ਸੰਪਰਦਾਵਾਂ, ਉਹਨਾਂ ਡੇਰੇਦਾਰਾਂ ਦੀ ਪਹਿਚਾਣ ਕਰੋ ਜਿਹੜੇ ਗੱਲ ਵੀ 84 ਦੀ ਕਰਦੇ ਆ ਤੇ ਉਹਨਾਂ ਲੀਡਰਾਂ ਦੀਆਂ ਫਿਰ ਚੱਪਲਾਂ ਚੜ੍ਹਦੇ ਆ ਜਿਨ੍ਹਾਂ ਦੇ ਕਾਰਨ 84 ਵਾਪਰੀ ਸੀ, ਜਿਨ੍ਹਾਂ ਦੇ ਬਾਹਰੋਂ ਰੂਪ ਸਿੱਖਾਂ ਵਾਲੇ ਪਰ ਸੁਰਤ ਵਿਪਰਵਾਦ ਨਾਲ ਇੱਕਮਿਕ ਹੋਈ ਪਈ ਸੀ। ਆਓ ਪਹਿਚਾਣ ਕਰੋ, ਗੁਰਬਾਣੀ ਪੜ੍ਹੋ, ਸਹਿਜ ਪਾਠ ਕਰੋ, ਅਰਥ ਬੋਧ ਆਪਣੀ ਜ਼ਿੰਦਗੀ 'ਚ ਲੈ ਕੇ ਆਓ। ਨਸ਼ਿਆਂ ਤੋਂ ਰਹਿਤ ਹੋ, ਵਰਜਿਸ਼ ਕਰੋ, ਆਪਣੀ ਜਵਾਨੀ ਨੂੰ ਬਚਾਓ, ਚੰਗੇ ਕੰਮ ਕਰਨ ਦੀ ਆਦਤ ਪਾਓ, ਚੰਗੇ ਗੁਣ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਤਾਂ ਕਿ ਅਸੀਂ ਆਉਣ ਵਾਲੇ, ਕਿਉਂਕਿ ਕਿਸੇ ਵੀ ਕੌਮ ਦਾ ਭਵਿੱਖ ਵੇਖਣਾ ਕਿ ਉਸ ਕੌਮ ਦੇ ਨੌਜਵਾਨ ਵੇਖੋ ਕੀ ਕਰ ਰਹੇ ਨੇ, ਕਿਉਂਕਿ ਨੌਜਵਾਨ ਕੌਮ ਦੀ ਰੀੜ੍ਹ ਦੀ ਹੱਡੀ ਹੋਇਆ ਕਰਦੇ ਨੇ। ਅਗਲਿਆਂ ਨੇ ਰੀੜ੍ਹ ਦੀ ਹੱਡੀ ਤੋੜਨ 'ਤੇ ਅੱਜ ਜ਼ੋਰ ਲਾਇਆ ਪਿਆ ਹੈ। ਸਾਰਿਆਂ ਦਾ ਧੰਨਵਾਦ ਜੀ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।